स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਾਡੇ ਦੇਸ਼ ਦੇ ਮੁੱਖ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਅਗਲੇ 5 ਸਾਲਾਂ ਦੇ ਵਿੱਚ 5 ਖਰਬ ਡਾਲਰ ਦੀ ਅਰਥ ਵਿਵਸਥਾ ਅਸੀਂ ਭਾਰਤ ਤੋਂ ਬਣਾ ਦੇਣਾ। ਸ਼ੁਕਰ ਹੈ ਇਹਨਾਂ ਇੰਡੈਕਸ ਵਾਲਿਆਂ ਦਾ ਜਿਹੜੇ ਸਮੇਂ-ਸਮੇਂ ਤੇ ਅਜਿਹੀਆਂ ਸੂਚੀਆਂ ਜਾਰੀ ਕਰ ਦਿੰਦੇ ਨੇ ਜੋ ਸਾਨੂੰ ਸ਼ੀਸ਼ਾ ਦਿਖਾਉਂਦੀਆਂ ਨੇ ਕਿ ਤੁਸੀਂ ਕਿੱਥੇ ਖੜੇ ਹੋ। ਹੁਣੇ ਕੌਮਾਂਤਰੀ ਭੁੱਖਮਰੀ ਸੂਚੀ 2019 ਜਾਰੀ ਹੋਈ ਹੈ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਸਾਡੇ ਮੁਲਕ ਦੇ ਵਿੱਚ 30% ਲੋਕ ਬਿਨਾਂ ਰੋਟੀ ਖਾਇਆ ਸੌਂਦੇ ਨੇ। ਅਕਸਰ ਹੀ ਇਹ ਸਾਡੇ ਪ੍ਰਧਾਨ ਮੰਤਰੀ ਵੀ ਕਹਿੰਦੇ ਨੇ ਕਿ ਸਾਡੇ ਦੇਸ਼ ਦੇ ਵਿੱਚ ਅਜਿਹਾ ਕੋਈ ਨਹੀਂ ਹੈ ਜਿਹੜਾ ਭੁੱਖਾ ਸੌਂਦਾ ਹੋਵੇ ਤੇ ਅੰਕੜੇ ਸ਼ਾਇਦ ਸ਼ੀਸ਼ਾ ਦਿਖਾਉਣ ਵਾਸਤੇ ਕਾਫੀ ਨੇ। 117 ਮੁਲਕਾਂ ਦੇ ਵਿੱਚੋਂ ਅਸੀਂ ਕਿੱਥੇ ਖੜੇ ਆ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ। 102ਵਾਂ ਨੰਬਰ ਸਾਡਾ ਆਂਦਾ ਔਰ ਸਾਡੇ ਗਵਾਂਢੀ ਸੂਬੇ ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਵਿੱਚ ਵੀ ਸਾਡੇ ਨਾਲੋਂ ਭੁੱਖਮਰੀ ਘੱਟ ਹੈਗੀ ਆ। ਅਜਿਹੇ ਦੇ ਵਿੱਚ ਜਦੋਂ ਅਸੀਂ ਚੰਨ ਤੇ ਪਹੁੰਚਣ ਦੀਆਂ ਗੱਲਾਂ ਕਰਦੇ ਆ, ਅਸੀਂ ਕਹਿੰਦੇ ਆ ਕਿ ਅਸੀਂ ਸਫਾਈ ਅਭਿਆਨ ਚਲਾ ਰਹੇ ਹਾਂ, ਟਾਇਲਟਸ ਹਰ ਪਿੰਡ ਦੇ ਵਿੱਚ ਬਣਾ ਰਹੇ ਹਾਂ, ਪਰ ਘੱਟੋ ਘੱਟ ਪੇਟ ਦੇ ਵਿੱਚ ਕੁਝ ਜਾਏਗਾ ਤੇ ਤਾਂ ਹੀ ਟਾਇਲਟ ਕੰਮ ਆਉਣਗੀਆਂ। ਪਹਿਲਾਂ ਜ਼ਰੂਰੀ ਨਹੀਂ ਹੈ ਕਿ ਅਸੀਂ ਪੇਟ ਭਰੀਏ। ਅਜਿਹੇ ਦੇ ਵਿੱਚ ਸਾਡੀ ਅਰਥ ਵਿਵਸਥਾ ਕਿੱਥੇ ਖੜੀ ਹੈ, ਅਸੀਂ ਕਿੱਥੇ ਖੜੇ ਹਾਂ, ਇਹ ਇੱਕ ਵੱਡਾ ਸਵਾਲ ਹੈ। ਦੂਜਾ ਵੀ ਇੰਡੈਕਸ ਜਾਰੀ ਹੋਇਆ, ਇੱਕ ਨੀਤੀ ਆਯੋਗ ਵੱਲੋਂ ਇੰਡੀਆ ਇਨੋਵੇਸ਼ਨ ਇੰਡੈਕਸ ਜਾਰੀ ਕੀਤਾ ਗਿਆ। ਪੰਜਾਬ ਦਾ ਨੰਬਰ ਉਹਦੇ ਵਿੱਚੋਂ 11ਵਾਂ ਆਇਆ। 17 ਸੂਬਿਆਂ ਦੀ ਉਹਨਾਂ ਨੇ ਦੱਸੀ ਹੈ ਡਿਟੇਲ, ਜਿਹਦੇ ਵਿੱਚੋਂ 11ਵੇਂ ਨੰਬਰ ਤੇ ਪੰਜਾਬ ਹੈ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਆ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਿੰਦੇ ਆ ਮਹਿਮਾਨਾਂ ਦੇ ਨਾਲ, ਫਿਰ ਅੱਗੇ ਵਧਦੇ ਆ। ਸਾਡੇ ਨਾਲ ਮੌਜੂਦ ਨੇ ਮਲਵਿੰਦਰ ਸਿੰਘ ਕੰਗ ਸਾਹਿਬ, ਬੁਲਾਰ ਨੇ ਪੰਜਾਬ ਬੀਜੇਪੀ ਦੇ, ਤਰਲੋਚਨ ਸਿੰਘ ਜੀ ਸੀਨੀਅਰ ਪੱਤਰਕਾਰ ਨੇ, ਪ੍ਰੋਫੈਸਰ ਮਨਜੀਤ ਸਿੰਘ ਜੀ ਸਿਆਸੀ ਮਾਹਰ ਨੇ, ਪਵਮੀਰ ਟਾਈਗਰ ਚੰਡੋਕ ਸਾਹਿਬ ਐਮਡੀ ਨੇ ਟਾਈਗਰ ਵੈਲਥ ਮੈਨੇਜਮੈਂਟ ਦੇ, ਰਕੇਸ਼ ਅਗਰਵਾਲ ਸਾਹਿਬ ਸਕੱਤਰ ਨੇ ਡੇਰਾ ਬੱਸੀ ਇੰਡਸਟਰੀ ਐਸੋਸੀਏਸ਼ਨ ਦੇ। ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕੌਮਾਂਤਰੀ ਭੁੱਖਮਰੀ ਸੂਚੀ ਦੀ। ਮੋਟੇ ਅੰਕੜੇ ਤੁਹਾਨੂੰ ਦੱਸੀਏ ਕਿ ਇਹ ਸੂਚੀ ਕਹਿੰਦੀ ਕੀ ਹੈ ਔਰ ਇਹ ਸੂਚੀ ਜਾਰੀ ਜੋ ਕੀਤੀ ਗਈ ਹੈ ਉਸ ਦੇ ਵਿੱਚ ਭਾਰਤ ਕਿੱਥੇ ਸਟੈਂਡ ਕਰਦਾ ਹੈ। ਕੌਮਾਂਤਰੀ ਭੁੱਖਮਰੀ ਸੂਚੀ 2019 ਜਾਰੀ ਹੋਈ ਹੈ। ਭੁੱਖਮਰੀ ਸੂਚੀ ਨੇ ਮੁਲਕ ਵਾਸੀ ਇੱਕ ਵਾਰ ਡਰਾ ਦਿੱਤੇ ਨੇ, ਦੇਸ਼ ਵਾਸੀ ਡਰ ਗਏ ਨੇ। 117 ਦੇਸ਼ਾਂ ਦੇ ਵਿੱਚੋਂ ਭਾਰਤ 102ਵੇਂ ਨੰਬਰ ਤੇ ਪਹੁੰਚਿਆ। 30% ਤੋਂ ਵੀ ਵੱਧ ਲੋਕ ਗੰਭੀਰ ਭੁੱਖਮਰੀ ਹਾਲਤ ਦੇ ਵਿੱਚ ਜੀਵਨ ਬਸਰ ਕਰਨ ਦੇ ਲਈ ਮਜਬੂਰ ਹੋ ਚੁੱਕੇ ਨੇ ਔਰ ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਹਾਲਾਤ ਤੋਂ ਵੀ ਬੁਰੇ ਹਾਲਾਤ ਇਸ ਵਕਤ ਇਸ ਸੂਚੀ ਦੇ ਮੁਤਾਬਕ ਭਾਰਤ ਦੇ ਨੇ। ਸਭ ਤੋਂ ਪਹਿਲਾ ਸਵਾਲ ਕਾਨ ਸਾਹਿਬ, ਇਹ ਸ਼ੀਸ਼ਾ ਬਹੁਤ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਆਪ ਨੂੰ ਇਹ ਦੇਖਣ ਦੇ ਲਈ ਕਿ ਅਸੀਂ ਕਿੱਥੇ ਸਟੈਂਡ ਕਰਦੇ ਹਾਂ। ਸਿਰਫ ਵੱਡੇ ਦਾਅਵਿਆਂ ਵੱਡੇ ਵਾਅਦਿਆਂ ਦੇ ਨਾਲ ਹੀ ਗੱਲ ਨਹੀਂ ਬਣਨੀ। ਜੇਕਰ ਇਹ ਆંકੜੇ ਸੱਚ ਨੇ ਤਾਂ ਬਹੁਤ ਗੰਭੀਰ ਮੁੱਦਾ। ਨਹੀਂ ਹਰਪ੍ਰੀਤ ਜੀ, ਗੱਲ ਇਸ ਤਰ੍ਹਾਂ ਹੈ, ਜਦੋਂ ਆਜ਼ਾਦੀ ਤੋਂ ਬਾਅਦ ਆਪਾਂ ਸਾਰੇ ਭਾਰਤ ਨੂੰ ਸਟੇਟ ਵਾਈਜ਼ ਵੀ ਦੇਖਦੇ ਹਾਂ। ਸਾਡਾ ਐਡਾ ਵੱਡਾ ਮੁਲਕ ਹੈ, ਅਲੱਗ-ਅਲੱਗ ਸੂਬੇ ਆ, ਉਹਨਾਂ ਦੀਆਂ ਅਲੱਗ-ਅਲੱਗ ਜਿਹੜੀਆਂ ਸਮੱਸਿਆਵਾਂ ਹੈ ਔਰ ਇੰਟਰਨਲ ਜਿਹੜੀਆਂ ਪ੍ਰੋਬਲਮਸ ਇੰਨੇ ਸਾਲ ਦੇਸ਼ ਦੀਆਂ ਰਹੀਆਂ ਔਰ ਦੇਸ਼ ਦੀ ਜਿਹੜੀ ਆਰਥਿਕ ਜਿਹੜੀ ਇਕਨੋਮਿਕ ਪੋਜੀਸ਼ਨ ਆਜ਼ਾਦੀ ਤੋਂ ਪਹਿਲਾਂ ਕੀ ਸੀ, ਉਸ ਤੋਂ ਬਾਅਦ ਕੀ ਆ, ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਤੇ ਇਹਦੇ 'ਚ ਕਹਿਣ 'ਚ ਮੈਨੂੰ ਕਿਸੇ ਤਰ੍ਹਾਂ ਦਾ ਗੁਰੇਜ ਨਹੀਂ ਹੈ ਵੀ ਮਿਸ ਗਵਰਨੈਂਸ ਬਹੁਤ ਸਾਲ ਇਸ ਮੁਲਕ 'ਚ ਚੱਲੀ ਹੈ। ਜਿੱਥੋਂ ਤੱਕ ਗੱਲ ਆ ਜਿਹੜੀ 102ਵੇਂ ਨੰਬਰ ਤੇ ਆਇਆ, 117 ਚ 102, ਇਹ ਕੋਈ ਪਿਛਲੇ 4-5 ਸਾਲਾਂ 'ਚ ਨਹੀਂ ਆਇਆ। ਐਕਚੁਅਲ 'ਚ ਕੀ ਆ, ਜਦੋਂ ਅਸੀਂ ਆਜ਼ਾਦ ਹੋਏ ਉਸ ਤੋਂ ਬਾਅਦ ਜਿਹੜੀ ਸਾਡੀ ਲੀਡਰਸ਼ਿਪ ਸੀ ਔਰ ਜਿਹੜੀ ਸਰਕਾਰ ਸੀ, ਲੀਡਰਸ਼ਿਪ ਇੱਕ ਸਰਕਾਰ ਤੇ ਕਬਜ਼ਾ ਇੱਕ ਪਾਰਟੀਕੂਲਰ ਪਰਿਵਾਰ ਦਾ ਹੋਣ ਕਰਕੇ ਉਹ ਜਿਹੜੀਆਂ ਸੱਤਾ ਸੀ ਉਹ ਇੱਕ ਸੀਮਿਤ ਹੋ ਗਈ। ਉਹ ਅਲੱਗ-ਅਲੱਗ ਨਿਚਲੇ ਸਤਰ ਤੱਕ ਪਹੁੰਚੀ ਨਹੀਂ। ਇਹ ਤੇ ਕਾਂਗਰਸ ਦੇ ਪ੍ਰਧਾਨ ਮੰਤਰੀ ਮੰਨਦੇ ਰਹੇ। ਮੈਨੂੰ ਇਹ ਲੱਗਦਾ ਕਿ ਇੱਕ ਕੜਾਇਆ ਬਿਆਨ ਹੈ, ਭਾਵੇਂ ਉਹ ਕਾਂਗਰਸ ਦਾ ਹੋਵੇ ਜਾਂ ਤੁਹਾਡਾ ਹੋਵੇ। ਜਦੋਂ ਵੀ ਕੋਈ ਗੱਲ ਪੁੱਛੀ ਜਾਂਦੀ ਹੈ ਤੁਸੀਂ ਇਤਿਹਾਸ ਫਰੋਲਣ ਲੱਗ ਜਾਂਦੇ ਹੋ। ਤੁਸੀਂ ਪਿਛਲੇ 5-6 ਸਾਲਾਂ ਦੇ ਵਿੱਚ ਕੀ ਕੀਤਾ। ਚਲੋ ਮੈਂ ਸਾਰੇ ਇੰਡੈਕਸ ਛੱਡ ਦੇਣਾ, ਮੈਂ ਸੂਚੀ ਛੱਡ ਦੇਣਾ, ਪਰ ਇਹ ਕਿੰਨੀ ਗੰਭੀਰ ਗੱਲ ਹੈ ਕਿ ਮੁਲਕ ਦੇ ਵਿੱਚ 30% ਲੋਕ ਅਜਿਹੇ ਨੇ ਜਿਹੜੇ ਭੁੱਖੇ ਸੌਂਦੇ ਨੇ। ਤੁਸੀਂ ਛੱਡ ਦਿਓ ਬਾਕੀ ਸਾਰੀਆਂ ਗੱਲਾਂ ਨੂੰ। ਅਸੀਂ ਕਹਿੰਦੇ ਹਾਂ ਕਿ ਹਰ ਪਿੰਡ ਦੇ ਵਿੱਚ ਅਸੀਂ ਲਾਈਟ ਪਹੁੰਚਾ ਦਾਂਗੇ, ਅਸੀਂ ਹਰ ਪਿੰਡ ਦੇ ਵਿੱਚ ਟਾਇਲਟ ਬਣਾ ਦਾਂਗੇ, ਅਸੀਂ ਹਰ ਪਿੰਡ ਦੇ ਵਿੱਚ ਰੋਟੀ ਨਹੀਂ ਪਹੁੰਚਾ ਪਾਏ, ਬਾਕੀ ਚੀਜ਼ਾਂ ਦਾ ਬਾਅਦ ਦੀ ਗੱਲ ਹੈ। ਨਹੀਂ, ਇਹਦੇ ਤੇ ਮੈਨੂੰ ਲੱਗਦਾ ਹਰਪ੍ਰੀਤ ਜੀ, ਜਿਹੜੀ ਇਹ ਭਰੋਸੇਯੋਗਤਾ ਇਸ ਸੂਚੀ ਦੀ ਕੀ ਹੈ, ਇਹ ਜਿਹੜਾ ਆંકੜਾ ਤੁਹਾਡੇ ਕੋਲ ਆਇਆ, ਇਹ ਵੀ ਕਿਤੇ ਨਾ ਕਿਤੇ ਇੱਥੇ ਵਿਚਾਰ ਕਰਨ ਦੀ ਲੋੜ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ। ਹਰ ਸਾਲ ਕਰੋੜ ਲੋਕ ਜਿਹਦੀ ਪ੍ਰੋੜਤਾ ਹਰ ਮੁਲਕ ਕਰਦਾ। ਮੈਂ ਇੱਕ ਗੱਲ ਮੰਨਦਾ ਵੀ 30 ਕਰੋੜ ਲੋਕ ਸਾਡੇ ਮੁਲਕ 'ਚ ਬਿਲਕੁਲ ਗਰੀਬੀ ਰੇਖਾ ਦੇ ਥੱਲੜਾ ਜਿਹੜਾ ਉਹਨਾਂ ਦਾ ਇਸਤਰ ਹੈ, ਉਹ ਉਹਨਾਂ ਦਾ ਜੀਵਨ ਯਾਪਨ ਹੈ, ਉਹਨਾਂ ਦੀ ਜ਼ਿੰਦਗੀ ਆ, ਉਹਦੇ ਸੁਧਾਰ ਕਰਨ ਲਈ ਪਿਛਲੇ 5-6 ਸਾਲਾਂ ਜਦੋਂ ਦੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਆ, ਚਾਹੇ ਕਲੀਨ ਇੰਡੀਆ ਦਾ ਮੂਵਮੈਂਟ ਹੈ, ਚਾਹੇ ਟਾਇਲਟ ਬਾਥਰੂਮ ਦੀ ਰਾਈਟ ਟੂ ਫੂਡ ਹੈ, ਹਾਲਾਂਕਿ ਮਨਮੋਹਨ ਸਿੰਘ ਉਹਨਾਂ ਦੇ ਟਾਈਮ ਉਹਨਾਂ ਨੇ ਪਾਸ ਕੀਤਾ ਸੀ। ਇਹ ਸਾਰੀਆਂ ਚੀਜ਼ਾਂ ਬੇਸਿਕਲੀ ਇਸੇ ਤਬਕੇ ਨੂੰ ਧਿਆਨ 'ਚ ਰੱਖ ਕੇ ਅੱਗੀਆਂ ਵਧਾਈਆਂ ਜਾ ਰਹੀਆਂ ਔਰ ਇਹ ਕੋਈ, ਮੈਂ ਨਹੀਂ ਕਹਿੰਦਾ ਵੀ ਰਾਤੋਂ ਰਾਤ ਸਾਰੀਆਂ ਚੀਜ਼ਾਂ ਠੀਕ ਹੋ ਜਾਣੀਆਂ, ਪਰ ਇਹ ਲੰਬੀ ਲੜਾਈ ਸਾਨੂੰ ਲੜਨੀ ਪੈਣੀ ਆ। ਮੌਜੂਦਾ ਜਿਹੜੀ ਸਰਕਾਰ ਹੈ ਉਹ ਬੜੀ ਸੰਜੀਦਗੀ ਨਾਲ ਇੱਥੇ ਕੰਸਨਟਰੇਟ ਕਰਕੇ ਪਾਰਟਿਕੂਲਰ ਉਹ 30 ਕਰੋੜ ਲੋਕਾਂ ਨੂੰ
ਵੀ ਉਹਨਾਂ ਦੀ ਜ਼ਿੰਦਗੀ ਸੁਧਾਰ ਲਿਆ ਜਾਵੇ, ਕਾਂਗ ਉੱਥੇ ਸਾਹਿਬ ਕੰਮ ਤੁਹਾਡੀ ਕਰ ਰਹੀ ਜਾਣਕਾਰੀ 'ਚ ਇੱਕ ਵਾਅਦਾ ਕਰ ਦਵਾਂ, ਤੁਸੀਂ ਕਹਿ ਰਹੇ ਹੋ ਕਿ 5 ਸਾਲਾਂ 'ਚ ਅਸੀਂ ਬੜਾ ਕੰਮ ਕੀਤਾ ਹੈ। ਇਹ ਜਿਹੜਾ ਅੰਕੜਾ 102 ਦਾ ਨਾ, ਇਹ ਪਹਿਲਾਂ ਘੱਟ ਸੀ, ਜਿਹੜਾ ਹੁਣ ਵੱਧ ਗਿਆ। ਪਹਿਲਾਂ ਰੈਂਕ ਇਸ ਤੋਂ ਘੱਟ ਸੀਗਾ। ਜੇ 5 ਸਾਲਾਂ ਦੇ ਵਿੱਚ ਅਜਿਹਾ ਕਿਹੜਾ ਵਿਕਾਸ ਹੋਇਆ ਕਿ ਉਹ ਅਸੀਂ ਹੋਰ ਥੱਲੇ ਚਲੇ ਗਏ ਉੱਪਰ ਆਉਣ ਦੀ ਬਜਾਏ? ਮੈਨੂੰ ਸਮਝ ਨਹੀਂ ਆਉਂਦਾ ਕਿ ਉਹ 5 ਸਾਲ ਕੀ ਕਰਦੇ ਰਹੇ ਫਿਰ ਆਪਾਂ। ਉਹ ਤੇ ਮੈਂ ਹਰਪ੍ਰੀਤ ਜੀ ਪਹਿਲਾਂ ਇਹ ਗੱਲ ਕਹੀ ਵੀ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ 5 ਸਾਲ ਅਸੀਂ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕ ਜਿਹੜੇ 30% ਭੁੱਖੇ ਰਹਿੰਦੇ ਨੇ ਉਹਨਾਂ ਲਈ ਕੰਮ ਕਰਦੇ ਰਹੇ ਹਾਂ। ਜੇ ਉਹਨਾਂ ਲਈ ਕੰਮ ਕੀਤਾ ਤੇ ਸੁਧਾਰ ਹੋਣਾ ਚਾਹੀਦਾ ਸੀ ਰੈਂਕ ਦੇ ਵਿੱਚ, ਰੈਂਕ 'ਚ ਤਾਂ ਪੁੱਠਾ ਪੈ ਗਿਆ। ਨਹੀਂ, ਸੁਧਾਰ 13 ਕਰੋੜ ਲੋਕਾਂ ਤੋਂ ਗੈਸ ਪਹੁੰਚਿਆ ਹੈ, 7-8 ਕਰੋੜ ਬਾਥਰੂਮ ਟਾਇਲਟ ਬਣੇ ਆ। ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਹਰੇਕ ਘਰ 'ਚ ਪਾਣੀ ਪਹੁੰਚਾਉਣ ਵਾਲਾ ਜਿਹੜਾ ਮਿਸ਼ਨ ਲਿਆ ਹੈ, ਇਹ ਉਹ ਸਾਰੇ ਉਸ ਤਬਕੇ ਨੂੰ ਧਿਆਨ 'ਚ ਰੱਖਦੇ ਹੋਏ ਹੀ ਇਹ ਗੱਲਾਂ ਕੀਤੀਆਂ ਜਾ ਰਹੀਆਂ ਔਰ ਕੰਮ ਕੀਤਾ ਜਾ ਰਿਹਾ। ਰੋਟੀ ਪਤਾ ਨਹੀਂ ਕਦੋਂ ਪਹੁੰਚੇਗੀ, ਬਾਕੀ ਸਹੂਲਤਾਂ ਤਾਂ ਪਹੁੰਚ ਰਹੀਆਂ ਨੇ। ਮੈਂ ਭਵਨੀਤ ਚੰਡੋਕ ਸਾਹਿਬ ਤੁਹਾਡੇ ਤੋਂ ਇੱਕ ਵਿਊ ਜ਼ਰੂਰ ਲੈਣਾ ਚਾਹਾਂਗਾ। ਇਹ ਜਿਹੜੇ ਇੰਡੈਕਸ ਹੁੰਦੇ ਨੇ, ਜਿਹੜੀ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਨੇ, ਇਹਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਮਿਕਦਾਰ ਰੱਖਿਆ ਜਾਂਦਾ? ਕਿਹੜੇ ਉਹ ਹੁੰਦੇ ਨੇ ਫੈਕਟਸ ਵੀ ਇਹ ਚੀਜ਼ਾਂ ਨੇ ਜਿਨ੍ਹਾਂ ਦੇ ਮੁਤਾਬਕ ਇਸ ਮੁਲਕ ਦੇ ਵਿੱਚ ਇੰਨੀ ਭੁੱਖਮਰੀ ਹੈਗੀ? ਸਰ, ਇਹ ਜਿਹੜਾ ਇੰਡੈਕਸ ਹੈਗਾ ਇਹ ਵਰਲਡ ਵਾਈਡ ਹੁੰਦਾ ਹੈ। ਇਹਦੇ ਵਿੱਚ 4 ਫੈਕਟਰਸ ਨੂੰ ਦੇਖਿਆ ਜਾਂਦਾ ਹੈ: ਚਾਈਲਡ ਸਟੰਟਿੰਗ, ਚਾਈਲਡ ਵੇਸਟਿੰਗ, ਚਾਈਲਡ ਮੋਰਟੈਲਿਟੀ ਐਂਡ ਅੰਡਰ ਨਰਿਸ਼ਮੈਂਟ। ਇਹ 4 ਫੈਕਟਰਸ ਹੈਗੇ ਨੇ। ਔਰ ਮੈਂ ਇੱਕ ਵੈਸੇ ਗੱਲ ਕਰ ਰਿਹਾ ਕਿ ਮੈਂ ਮੋਦੀ ਜੀ ਦੀ ਪਾਲਿਸੀਜ਼ ਨੂੰ ਕਈ ਵਾਰ ਐਪਰੀਸ਼ੀਏਟ ਕਰਦਾ, ਬਟ ਮੈਂ ਇੱਕ ਚੀਜ਼ ਔਨਸੈਟ ਦੱਸਣਾ ਚਾਹਨਾ ਕਿ ਮੈਂ ਅਪੋਲਿਟੀਕਲ ਹੈਗਾ, ਤੇ ਪਰ ਫੈਕਟ ਆਫ ਦਾ ਮੈਟਰ ਇਹ ਹੈ ਕਿ ਇੰਡੀਆ ਦੇ ਕਈ ਇੰਡੈਕਸਸ ਲਾਈਕ GDP ਔਰ ਕਈ ਗਰੋਥ ਨੂੰ ਮੈਨੂੰ ਲੱਗਦਾ ਹੈ ਸਹੀ ਤਰੀਕੇ ਨਾਲ ਨਹੀਂ, ਉਹਦੇ ਚ ਕਈ ਚੀਜ਼ਾਂ ਦੀ ਗੜਬੜ ਹੈਗੀ। ਪਰ ਤੁਸੀਂ ਗਲੋਬਲ ਇੰਡੈਕਸ ਨੂੰ ਥੋੜੀ ਛੇੜ ਲੋਗੇ। ਗਲੋਬਲ ਜਿਹੜੀ ਸੱਚਾਈ ਹੈ ਉਹ ਇੰਡੀਆ ਦੇ ਉੱਤੇ ਮਾਰ ਰਹੀ ਹੈ। 5.5 ਸਾਲ ਇਸ ਸਰਕਾਰ ਨੂੰ ਹੋ ਗਏ ਹੈ। ਮਨਮੋਹਨ ਸਿੰਘ ਜੀ ਨੇ ਕੱਲ ਬੜਾ ਇੱਕ ਵੈਲਿਡ ਪੁਆਇੰਟ ਕਿਹਾ, ਕਹਿੰਦੇ ਮੇਰੇ ਸਰਕਾਰ 'ਚ ਜ਼ਰੂਰ ਕੋਈ ਵੀਕਨੈਸ ਰਹੀ ਹੋਣੀ, ਮੈਂ ਮੰਨਣਾ, ਪਰ 5.5 ਸਾਲ ਹੋ ਗਏ, ਤੁਸੀਂ ਸਾਨੂੰ ਕਦੋਂ ਤੱਕ ਕਹਿੰਦੇ ਰਹੋਗੇ, ਗਾਲਾਂ ਕੱਢਦੇ ਰਹੋਗੇ ਕਿ ਅਸੀਂ ਨਹੀਂ ਕੀਤਾ, ਅਸੀਂ ਨਹੀਂ ਕੀਤਾ। ਸੋ ਮੇਰੇ ਖਿਆਲ ਨਾਲ ਇਹ 4 ਫੈਕਟਰਸ ਹੈਗੇ ਹੈ। ਹੁਣ ਮੋਰਟੈਲਿਟੀ ਰੇਟ ਗਿਰਨਾ, ਇੰਡੀਆ ਦਾ ਲਾਸਟ ਨੰਬਰ ਹੈ ਜੀ ਚਾਈਲਡ ਵੇਸਟਿੰਗ ਦੇ ਉੱਤੇ 20.8% ਤੇ। ਇਹ ਕਿਦਾਂ ਹੋ ਸਕਦਾ ਹੈ ਜੀ? ਅਸੀਂ ਅੱਜ ਕਹਿ ਰਹੇ ਹਾਂ ਕਿ ਅਸੀਂ 50 ਕਰੋੜ ਲੋਕਾਂ ਨੂੰ, 12 ਕਰੋੜ ਫੈਮਲੀਆਂ ਨੂੰ ਸਵਾਸਥ ਬੀਮਾ ਯੋਜਨਾ ਦਿੱਤੀ ਪ੍ਰਧਾਨ ਮੰਤਰੀ ਜੀ, ਤੇ ਉਹਦੇ ਬਾਅਦ ਚਾਈਲਡ ਸਟੰਟਿੰਗ ਹੋ ਰਹੀ ਹੈ। ਇਹਦਾ ਮਤਲਬ ਚਾਈਲਡ ਸਟੰਟਿੰਗ ਮਤਲਬ ਇਹ ਤਾਂ ਕਿੰਨੇ ਸਾਲ ਦਾ ਜਿਹੜਾ ਮਿਡ ਡੇ ਮੀਲ ਸਰਕਾਰ ਚਲਾ ਰਹੀ ਹੈ ਅਟਰੈਕਟ ਕਰਨ ਲਈ ਬੱਚਿਆਂ ਨੂੰ ਕਿ ਗਰੀਬ ਤਬਕਾ ਦਾ ਬੱਚਾ ਹੈ, ਅਸੀਂ ਖਾਣਾ ਦੇਵਾਂਗੇ, ਤੁਸੀਂ ਚਾਹੇ ਪੜਨ ਨਹੀਂ ਵੀ ਆਉਂਦੇ ਪਰ ਖਾਣਾ ਖਾਣਾ ਹੋ। ਤੁਸੀਂ ਚਾਈਲਡ ਸਟੰਟਿੰਗ ਦਾ ਮਤਲਬ ਹੈ ਕਿ ਉਹ ਬੰਦੇ ਦੀ, ਇਨਸਾਨ ਦੀ ਗਰੋਥ ਹੀ ਨਹੀਂ ਸਹੀ ਹੋ ਰਹੀ, ਉਹਨੂੰ ਖਾਣਾ ਹੀ ਨਹੀਂ ਮਿਲ ਰਿਹਾ ਹੈ, ਨਾ ਉਹਦੀ ਬੋਨਸ ਡਿਵੈਲਪ ਹੋ ਰਹੀ ਹੈ, ਨਾ ਉਹਦਾ ਨਿਊਟ੍ਰੀਸ਼ਨਲ ਸਿਸਟਮ ਡਿਵੈਲਪ ਹੋ ਰਿਹਾ ਹੈ। ਔਰ ਇੰਡੀਆ ਪਹਿਲਾਂ ਡਬਲ ਡਿਜਿਟ 'ਚ ਸੀਗਾ, ਹੁਣ ਟ੍ਰਿਪਲ ਡਿਜਿਟ ਤੇ ਆ ਗਿਆ। 197ਵੇਂ ਨੰਬਰ ਤੇ ਸੈਂਟਰਲ ਅਫਰੀਕਨ ਰਿਪਬਲਿਕ ਹੈ ਜੀ। ਮਤਲਬ ਸਬ ਸਹਾਰਨ ਜਿਹੜਾ ਉਹਦੀ ਵੀ ਅਫਰੀਕਾ ਦੀ ਕਈ ਕੰਟਰੀਜ਼ ਉੱਤੇ ਹੈ। ਬ੍ਰਿਕਸ ਜਿਹੜਾ ਅਸੀਂ ਆਪਣੇ ਆਪ ਨੂੰ ਕਹਿੰਦੇ ਅਸੀਂ ਡਿਵੈਲਪਡ ਇਕਨੋਮੀ ਦੀ ਤਰਫ ਜਾ ਰਹੇ ਹਾਂ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਐਂਡ ਸਾਊਥ ਅਫਰੀਕਾ, ਉਹ ਲਾਸਟ ਨੰਬਰ 68 ਹੈ ਜੀ। ਉਹਦੇ ਬਾਅਦ ਇਹਦੇ ਵਿੱਚ ਜਨਸੰਖਿਆ ਵੀ ਕੋਈ ਰੋਲ ਅਦਾ ਕਰਦੀ ਹੈ? ਜ਼ਰੂਰ ਕਰਦੀ ਹੈ। ਅਸੀਂ ਇੱਕ ਐਡੀ ਵੱਡੀ ਲਾਰਜ ਸਾਡੇ ਕੋਲ ਹੈਗੀ ਹੈ ਜਨਸੰਖਿਆ, ਉਹਦਾ ਵੀ ਕੋਈ ਫਰਕ ਬਿਲਕੁਲ ਪੈਂਦਾ ਜੀ। ਉਸ ਗੱਲ ਦਾ ਤੇ ਅਸੀਂ ਫੈਕਟ ਨੂੰ ਇਗਨੋਰ ਨਹੀਂ ਕਰ ਸਕਦੇ। ਅੱਜ ਅਸੀਂ 125-130 ਕਰੋੜ ਲੋਕੀ ਹੈਗੇ ਆ, ਔਰ ਤਕਰੀਬਨ ਅਸੀਂ ਹਰ ਸਾਲ ਇੱਕ ਆਸਟ੍ਰੇਲੀਆ ਐਡ ਕਰ ਲੈਂਦੇ ਆ ਪੋਪੂਲੇਸ਼ਨ ਦੇ ਵਿੱਚ, ਜ਼ਰੂਰ ਐਡ ਕਰਦੀਆਂ, ਪਰ ਇਹ ਤਾਂ ਸਰਕਾਰ ਦਾ ਕੰਮ ਹੈ ਕਿ ਉਹਨੂੰ ਪੈਰਲਲੀ ਸਪੀਡ ਨਾਲ ਡਿਵੈਲਪ ਕਰਨਾ। ਅੱਜ ਸਰਕਾਰ ਕਹਿ ਰਹੀ ਕਿ ਅਸੀਂ ਸੋਸ਼ਲ ਦੀ ਤਰਫ ਚੱਲ ਪਏ ਆ, ਤੇ ਉਹ ਤਾਂ ਕਾਂਗਰਸ ਦੀ ਤਰਫ ਵੀ ਕਹਿ ਰਹੇ ਸੀਗੇ ਕਿ ਨਰੇਗਾ ਔਰ ਇਹ ਸਾਰੇ ਸੋਸ਼ਲ ਸਿਕਿਉਰਿਟੀ ਮੈਜਰਸ ਹੀ ਸੀਗੇ ਨਾ ਜੀ। ਪਰ ਜੇ ਇਹੋ ਜੀ ਚਾਈਲਡ ਮੋਰਟੈਲਿਟੀ, ਚਾਈਲਡ ਵੇਸਟਿੰਗ ਔਰ ਚਾਈਲਡ ਸਟੰਟਿੰਗ ਹੋ ਰਹੀ ਹੈ, ਤੇ ਇਹਦਾ ਮਤਲਬ ਸਾਡੇ ਗਰਾਊਂਡ ਲੈਵਲ 'ਚ ਤਾਂ ਕੋਈ ਇੰਪਰੂਵਮੈਂਟ ਹੀ ਨਹੀਂ ਹੋ ਰਹੀ। ਸਰਕਾਰ ਭਾਵੇਂ ਜਿਹੜੀ ਮਰਜ਼ੀ ਆ ਜਾਵੇ, ਸਲੋਗਨ ਏਅਰਿੰਗ ਹੀ ਹੋ ਰਹੀ ਹੈ ਜੀ। ਔਰ ਬਹੁਤ ਹੀ ਮਾੜੀ ਗੱਲ ਹੈ ਕਿ ਅਸੀਂ ਅੱਜ 117 ਵਿੱਚੋਂ 102 ਨੰਬਰ ਤੇ ਆ। ਬੰਗਲਾਦੇਸ਼ ਜਿਹੜਾ ਕੰਟਰੀ ਸਾਡੇ ਪਤਾ ਨਹੀਂ 24-25 ਸਾਲ ਬਾਅਦ ਬਣਿਆ 1971 ਦੇ ਵਿੱਚ, ਹੋਰ ਪਾਕਿਸਤਾਨ ਵੀ ਸਾਡੇ ਤੋਂ ਅੱਗੇ ਜੀ। ਤੇ ਪਾਕਿਸਤਾਨ ਦੀ ਪੋਪੂਲੇਸ਼ਨ ਵੀ ਬਹੁਤ ਐਕਸਪਲੋਜਨ ਹੋਈ ਹੈ ਉਹਨਾਂ ਦੇ ਲੈਂਡ ਬੇਸ ਦੇ ਹਿਸਾਬ ਨਾਲ ਜੀ। ਤੇ ਮੇਰੇ ਖਿਆਲ ਅਸੀਂ ਤਾਂ ਬਹੁਤ ਪਿੱਛੇ ਰਹਿ ਗਏ ਜੀ, ਬਹੁਤ ਪਿੱਛੇ ਰਹਿ ਗਏ। ਠੀਕ ਹੈ, ਮੈਂ ਥੋੜਾ ਜਿਹਾ ਹੋਰ ਸਪਸ਼ਟ ਕਰ ਦਵਾਂ, ਜਿਹੜੇ ਟਾਈਗਰ ਚੰਡੋਕ ਸਾਹਿਬ ਨੇ ਕਿਹਾ ਕਿ ਕਿਹੜੇ ਮਿਕਦਾਰ ਹੁੰਦੇ ਨੇ, ਉਹ ਮਾਨਕ ਕਿਹੜੇ ਹੁੰਦੇ ਨੇ ਜਿਨ੍ਹਾਂ ਤੋਂ ਇਹ ਸਾਰੀਆਂ ਚੀਜ਼ਾਂ ਕਾਊਂਟ ਕੀਤੀਆਂ ਜਾਂਦੀਆਂ ਨੇ ਕਿ ਕਿਹੜਾ ਮੁਲਕ ਕਿੱਥੇ ਸਟੈਂਡ ਕਰਦਾ, ਜਿਨ੍ਹਾਂ ਦੇ ਵਿੱਚ ਭੋਜਨ ਦੀ ਅਪੌਸ਼ਟਿਕਤਾ, ਬਚਪਨ ਦੀ ਬਰਬਾਦੀ, ਅਫਿਕਸਿਤ ਬੱਚੇ ਅਤੇ ਬਚਪਨ ਦੇ ਵਿੱਚ ਮੌਤਾਂ ਦੀ ਗਿਣਤੀ ਸ਼ਾਮਲ ਹੈ। ਇਹ 4 ਜਿਹੜੇ ਫੈਕਟਰ ਨੇ, ਇਹ ਫੈਕਟ ਕੀਤੇ ਜਾਂਦੇ ਨੇ। ਔਰ ਵੱਡਾ ਸਵਾਲ ਇਹ ਹੁੰਦਾ ਕਿ ਗਰਾਊਂਡ ਤੇ ਕੀ ਹੋ ਰਿਹਾ, ਤੇ ਅਸੀਂ ਵੱਡੇ ਏਸੀ ਕਮਰਿਆਂ 'ਚ ਬਹਿ ਕੇ ਜਦੋਂ ਅਸੀਂ ਇਹ ਕਾਊਂਟ ਕਰਦੇ ਹਾਂ, ਉਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈਗਾ।
ਅਸੀਂ ਵਿਕਾਸ ਵੱਲ ਵੱਧ ਰਹੇ ਹਾਂ, ਅਸੀਂ ਚੰਦਰਯਾਨ 2 ਲਾਂਚ ਕਰ ਦਿੱਤਾ ਹੈ, ਪਰ ਜਦੋਂ ਅਸੀਂ ਇਹ ਗਰੀਬੀ ਦੇ ਇੰਡੈਕਸ ਦੇਖਦੇ ਹਾਂ ਕਿ 30% ਬੰਦੇ ਹਲੇ ਭੁੱਖੇ ਸੋ ਰਹੇ ਨੇ, ਤਾਂ ਫਿਰ ਅਸੀਂ ਕਹਿੰਦੇ ਹਾਂ ਕਿ ਚੰਦਰਯਾਨ ਅਸੀਂ ਬਾਅਦ ਚ ਚੜਾ ਲਾਂਗੇ, ਪਹਿਲਾਂ ਘੱਟੋ ਘੱਟ ਇਹਨਾਂ ਨੂੰ ਰੋਟੀ ਦੇ ਦਈਏ। ਪ੍ਰੋਫੈਸਰ ਮਨਜੀਤ ਜੀ, ਇਹ ਡਰਾਉਣ ਵਾਲੀ ਚੀਜ਼ਾਂ ਹੈਗੀਆਂ ਨੇ, ਜਾਂ ਲੱਗਦਾ ਹੈ ਕਿ ਸਾਨੂੰ ਠੀਕ ਹੈ ਇੰਨੇ ਸਾਲ ਇਹ ਕਹਿੰਦੇ ਨੇ ਕਿ ਕਾਂਗਰਸ ਨੇ ਰਾਜ ਕੀਤਾ, ਉਹ ਉਸ ਚੀਜ਼ਾਂ ਵੱਲ ਨਹੀਂ ਵਧੇ, ਪਿਛਲੇ 5 ਸਾਲਾਂ ਦੇ ਵਿੱਚ ਇਹਨਾਂ ਨੇ ਹੌਲੀ ਹੌਲੀ ਇਹ ਚੀਜ਼ਾਂ ਸ਼ੁਰੂ ਕੀਤੀਆਂ ਨੇ, ਆਉਣ ਵਾਲੇ 5 ਸਾਲਾਂ 'ਚ ਹੋ ਸਕਦਾ ਰੈਂਕ ਸੁਧਾਰ ਹੋਵੇ? ਬੀਜੇਪੀ ਨੂੰ ਦੱਸਣਾ ਚਾਹੀਦਾ ਦੇਸ਼ ਨੂੰ ਕਿ ਉਹ ਕਿੰਨਾ ਸਾਲ ਹੋਰ ਰਾਜ ਚਾਹੁੰਦੇ ਆ, ਕਿ ਇਦੋਂ ਪਹਿਲਾਂ ਕਿ ਸਾਰਾ ਕੁਝ ਠੀਕ ਹੋ ਜਾਏ। ਮਤਲਬ ਇਹ 10 ਸਾਲ ਚਾਹੁੰਦੇ ਆ, 2030 ਤੱਕ ਚਾਹੁੰਦੇ ਆ, 2050 ਤੱਕ ਚਾਹੁੰਦੇ, ਗੱਲਾਂ ਤੇ ਕਰਦੇ ਇਹੋ ਜਿਹੀਆਂ ਵੀ ਹੁਣ ਨਹੀਂ ਅਸੀਂ ਰਾਜ ਛੱਡਣਾ। ਇਹਦਾ ਮਤਲਬ ਸਾਨੂੰ ਪੂਰਾ ਨਿਚੋੜ ਕੇ ਜਦੋਂ ਸਾਡਾ ਲਾਸਟ ਡ੍ਰੌਪ ਖੂਨ ਦਾ ਬਚੂਗਾ ਉਦੋਂ ਤੱਕ ਨਿਚੋੜਨਗੇ। ਸ਼ਰਮ ਦੀ ਗੱਲ ਇਹ ਆ ਕਿ ਜਿਹੜੀ ਵਰਕਿੰਗ ਕਲਾਸ ਆ, ਆਪਣੀ ਕਮੇਟੀ, ਮੈਂ ਅੱਗੇ ਵੀ ਟੀਵੀ ਤੇ ਇਹ ਗੱਲ ਇਸੇ ਚੈਨਲ ਤੇ ਕਹੀ ਸੀ, ਉਹ ਪਰ ਬੜੀ ਜ਼ਰੂਰੀ ਹੈ ਜਿੱਥੋਂ ਇਹ ਸਾਰੀਆਂ ਗੱਲਾਂ ਨਿਕਲਦੀਆਂ। ਇਹਨਾਂ ਨੇ 2016 ਦੇ ਵਿੱਚ ਇੱਕ ਕਮੇਟੀ ਬਣਾਈ ਕਿ ਇਹ ਦੱਸੋ ਕਿ ਅਸੀਂ ਵੇਜ ਵਧਾਉਣੀ ਕਿੰਨੀ ਵਧਾਈਏ। ਉਹਨਾਂ ਨੇ ਕਮੇਟੀ ਨੇ 2018 ਦੇ ਵਿੱਚ ਇਹ ਰਿਪੋਰਟ ਦਿੱਤੀ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਇਹ ਜਿਹੜੀ ਵੇਜ ਆ ਇਹਨੂੰ 325 ਰੁਪਏ ਦਿਹਾੜੀ ਦਿਓ ਵਰਕਰ ਨੂੰ। ਕਿੰਨੀ ਵਧਾਈ? 176 ਪਹਿਲਾਂ ਸੀਗੀ, 178 ਕਰਤੀ 2 ਰੁਪਏ ਵਧਾ ਕੇ। ਤੇ ਉਹ ਭੁੱਖੇ ਹੀ ਮਰਨਗੇ ਬੰਦੇ, ਕੀ ਕਰਨਗੇ? ਆ ਉਹਨਾਂ ਦੇ ਬੱਚੇ ਆ ਸਾਰੇ ਦੇਸ਼ ਦੇ ਦਲਿਤ, ਸਾਰੇ ਦੇਸ਼ ਦੇ ਜਿਹੜੇ ਆਦੀਵਾਸੀ, ਇਹ ਕੁੱਲ ਮਿਲਾ ਕੇ 25% ਤੋਂ ਵੱਧ ਬਣਦੇ ਆ, ਔਰ ਵੱਡੀ ਗਿਣਤੀ 80% ਤੋਂ ਉੱਪਰ ਉਹ ਲੋਕ ਹੈ। ਤੁਸੀਂ 24 ਘੰਟੇ ਪਾਠ ਧਾਰਾ 370 ਦਾ ਪੜ੍ਹਾਈ ਜਾਂਦੇ ਆ, ਕਦੀ ਪਾਕਿਸਤਾਨ ਦਾ ਰੱਟ ਲਾਈ ਜਾਂਦੇ ਆ, ਕਦੀ ਤੁਸੀਂ ਮੰਦਰ ਮਸਜਿਦ ਦਾ ਇੱਥੇ ਸਾਨੂੰ ਪਾਠ ਪੜ੍ਹਾਈ ਜਾਂਦੇ ਆ, ਜਾ ਕੇ ਟੀਵੀਆਂ ਤੇ ਟੋਟਲ ਟਾਈਮ ਦੇਖੋ ਕਿਹੜਾ ਕਿੱਥੇ ਲੱਗਦਾ। ਆ ਕੰਪੇਨ ਹੁਣ ਹੋ ਰਹੀ ਹੈ, ਇਹ ਕੋਈ ਨੈਸ਼ਨਲ ਕੰਪੇਨ ਆ, ਸੂਬਿਆਂ ਦੀ ਕੰਪੇਨ ਹੋ ਰਹੀ ਆ, ਤੇ ਜਾ ਕੇ ਪ੍ਰਧਾਨ ਮੰਤਰੀ ਜੀ ਭਾਸ਼ਣ ਕੀ ਦੇ ਰਹੇ ਆ? ਆਓ ਜੀ, ਕਿਹੜਾ ਸਾਡਾ ਕਹਿ ਸਕਦਾ ਕਿ ਮੈਂ ਅਸੀਂ ਗਲਤ ਕੰਮ ਕੀਤਾ, ਉਹ ਸਾਡੇ ਮੁਕਾਬਲੇ 'ਚ ਆਓ। ਇਹ ਲੋਕ ਮੰਗ ਰਹੇ ਆ, ਲੋਕ ਮੰਗ ਰਹੇ ਰੁਜ਼ਗਾਰ, ਲੋਕ ਮੰਗ ਰਹੇ ਆ ਸਿਹਤ, ਲੋਕ ਮੰਗ ਰਹੇ ਆ ਰੋਟੀ, ਤੁਸੀਂ ਉਹਦੇ ਟਾਇਲਟਾਂ ਬਣਾਈ ਜਾਂਦੇ ਆ। ਦੇਖੋ ਇੱਕ ਗੱਲ ਮੈਂ ਇੱਥੇ ਹੋਰ ਵੀ ਅੰਕੜਾ ਦੱਸ ਦਿਆਂ, ਗਰੀਬੀ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ, ਕਿ ਜੇ ਪਿੰਡ ਦੇ ਵਿੱਚ ਇੱਕ ਬੰਦਾ 27 ਰੁਪਏ ਤੋਂ ਵੱਧ 28 ਰੁਪਏ ਦਿਹਾੜੀ ਦਾ ਖਰਚਾ ਕਰ ਲਏ ਜਾਂ ਕਮਾ ਲਏ, ਹਾਂ, ਤੇ ਉਹ ਜੀ ਉਹ ਗਰੀਬੀ ਤੋਂ ਉੱਪਰ ਹੋ ਜਾਊਗਾ। ਜੇ ਸ਼ਹਿਰ ਦੇ ਵਿੱਚ 33 ਰੁਪਏ ਦਿਹਾੜੀ, ਮੈਨੂੰ ਦੱਸੋ 33 ਰੁਪਏ ਦਾ ਇੱਕ ਖਾਣਾ ਨਹੀਂ ਮਿਲਦਾ, ਪੂਰੇ ਦਿਨ ਕਿਵੇਂ ਬੰਦੇ ਨੇ ਬਚਣਾ ਜਿੰਨੇ ਮਿਹਨਤ ਕਰਨੀ ਹੈਗੀ ਆ? ਕੰਗ ਸਾਹਿਬ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਦਾਅਵੇ ਵਾਅਦੇ ਕੀਤੇ ਜਾਂਦੇ ਨੇ, ਬੜੇ ਸਾਰੇ ਕੰਮ ਦਿਖਦੇ ਵੀ ਨੇ ਜਿਹੜੇ ਕੀਤੇ ਹੋਏ ਨੇ, ਪਰ ਇਹ ਜਿਹੜਾ ਕੰਮ ਅਸੀਂ ਕਹਿੰਦੇ ਕਿ ਬੇਸਿਕ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਸਾਨੂੰ ਬੁਲਟ ਟ੍ਰੇਨ ਵੀ ਚਾਹੀਦੀ ਹੈ, ਸਾਨੂੰ ਚੰਦਰਯਾਨ 2 ਵੀ ਚਾਹੀਦਾ ਹੈ, ਮਨਾ ਨਹੀਂ ਕਰਦੇ, ਪਰ ਘੱਟੋ ਘੱਟ ਅਸੀਂ ਆਪਣੇ ਜਿਹੜੇ ਬੇਸਿਕ ਨੀਡਸ ਹੈ, ਅਸੀਂ ਆਪਣੇ ਮੁਲਕ ਦੇ ਲੋਕਾਂ ਦਾ ਪਹਿਲਾਂ ਢਿੱਡ ਭਰ ਲਈਏ, ਅਸੀਂ ਬਾਕੀ ਚੀਜ਼ਾਂ ਬਾਅਦ ਚ ਕਰ ਲਾਂਗੇ। ਇਹ ਤੁਹਾਨੂੰ ਲੱਗਦਾ ਕਿ ਗਰਾਊਂਡ ਰਿਪੋਰਟਾਂ ਸ਼ਾਇਦ ਉੱਪਰ ਤੱਕ ਪਹੁੰਚਦੀਆਂ ਨਹੀਂ, ਜਾਂ ਜਿਹੜਾ ਪੈਸਾ ਉੱਪਰੋਂ ਆਉਂਦਾ ਥੱਲੇ ਤੱਕ ਜਾਂਦਾ ਹੀ ਨਹੀਂ? ਬੇਸਿਕਲੀ ਹਰਪ੍ਰੀਤ ਜੀ, ਜਿਹੜਾ ਬੁਨਿਆਦੀ ਢਾਂਚਾ ਹੈ ਉਹਦੇ 'ਚ ਇੰਨੀ ਕਰਪਸ਼ਨ ਰਹੀ ਹੈ, ਔਰ ਉਹਨਾਂ ਆਦਤ 'ਚ ਉਹਨਾਂ ਦੇ ਖੂਨ 'ਚ ਆ ਗਿਆ ਹੈ। ਪ੍ਰੋਫੈਸਰ ਸਾਹਿਬ ਤੇ ਚੜ ਜਾਂਦੇ ਆ ਸਾਡੇ ਤੇ, ਜਿਹੜਾ ਵੀ ਮਸਲਾ ਹੋਵੇ 370 ਦੀ ਕੋਈ ਡਿਸਕਸ਼ਨ ਨਹੀਂ ਹੋ ਰਹੀ। ਗੱਲ ਇਹ ਬਿਲਕੁਲ ਸਹੀ ਹੈ, ਜਿਹੜੀ 27 ਰੁਪਏ ਦੀ ਡੈਫੀਨੇਸ਼ਨ ਸੀ, ਇਹ ਸ਼ਰਦ ਪਵਾਰ ਦੇ ਟਾਈਮ ਆਈ ਸੀ। ਜਿਹੜਾ ਫੂਡ ਸੜ ਰਿਹਾ ਸੀ ਔਰ ਸੜ ਨਹੀਂ ਰਿਹਾ, ਸਾੜਿਆ ਜਾਂਦਾ ਸੀ, ਉਸ ਤੋਂ ਬਾਅਦ ਵੇਚਿਆ ਜਾਂਦਾ ਸੀ। ਸ਼ਰਦ ਪਵਾਰ ਜਦੋਂ ਐਗਰੀਕਲਚਰ ਮਿਨਿਸਟਰ ਸੀ, ਉਹਨਾਂ ਦੀਆਂ ਜਿਹੜੀਆਂ ਸ਼ੂਗਰ ਮਿੱਲਾਂ ਨੂੰ, ਇਹ ਸਾਰੇ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਟਾਈਮ ਦੀਆਂ ਆ। ਇਹ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਬਦਲਣ ਲਈ ਟਾਈਮ ਤੇ ਦੇਖੋ ਚਾਹੀਦਾ। ਹੁਣ ਪ੍ਰੋਫੈਸਰ ਸਾਹਿਬ ਜੀ ਕਹਿੰਦੇ ਵੀ ਅੱਜ ਰਾਤੋਂ ਰਾਤ 5 ਸਾਲਾਂ 'ਚ ਸਾਰਾ ਕੁਝ ਬਦਲ ਦਈਏ, ਮੈਨੂੰ ਲੱਗਦਾ ਨਹੀਂ, ਟਾਈਮ ਤਾਂ ਲੋਕਾਂ ਨੇ ਦੇਣਾ ਹੈ ਜੀ, ਉਹ ਲੋਕ ਦੇ ਰਹੇ ਆ। ਰਹੀ ਗੱਲ ਜਿਹੜੀ 370 ਚੰਦਰਯਾਨ, ਉਹ ਅਲੱਗ ਇਸ਼ੂ, ਉਹ ਵੀ ਦੇਸ਼ ਦੇ ਇਸ਼ੂ ਆ, ਪਰ ਇਹ ਬਿਲਕੁਲ ਦੋ ਰਾਏ ਨਹੀਂ ਹੈ। ਬੁਨਿਆਦੀ ਚੀਜ਼ਾਂ ਹੈ, ਬੁਨਿਆਦੀ ਚੀਜ਼ਾਂ ਲੋਕਾਂ ਨੂੰ ਰਾਈਟ ਟੂ ਫੂਡ ਹੈ, ਖਾਣਾ ਦੇਣਾ, ਨਿਊਟ੍ਰੀਸ਼ਨ ਉਹਨਾਂ ਦੀ ਤਾਕਤ ਵਧਣੀ ਚਾਹੀਦੀ ਆ, ਨਿਊਟ੍ਰੀਸ਼ਨ ਫੂਡ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੈ। ਹੈਲਥ ਸੈਕਟਰ ਹੈ, ਇਹ ਤੇ ਕੰਮ ਹੋ ਰਿਹਾ ਹੈ। ਐਜੂਕੇਸ਼ਨ ਸੈਕਟਰ ਹੈ, ਸਿੱਖਿਆ ਨੀਤੀ, ਨਿਊ ਐਜੂਕੇਸ਼ਨ ਪਾਲਿਸੀ ਬਣ ਰਹੀ ਹੈ। ਬੇਸਿਕਲੀ ਹਰਪ੍ਰੀਤ ਜੀ ਪ੍ਰੋਬਲਮ ਇਹ ਹੈ, ਬੁਨਿਆਦੀ ਢਾਂਚਾ ਸਾਰਾ ਹੀ ਬਦਲਣ ਦੀ ਲੋੜ ਹੈ, ਔਰ ਇਸ ਕਰਕੇ ਸਰਕਾਰ ਅੱਜ ਦਿਨ ਰਾਤ ਮਿਹਨਤ ਕਰ ਰਹੀ ਹੈ, ਕੰਮ ਕਰ ਰਹੀ ਹੈ, ਚਾਹੇ ਪ੍ਰਧਾਨ ਮੰਤਰੀ ਹੈ ਚਾਹੇ ਕੈਬਨਿਟ ਹੈ। ਪ੍ਰਾਇੋਰਟੀ ਦੇ ਵਿੱਚ ਹੈ ਕਿ ਨਹੀਂ ਹੈ ਇਹ ਚੀਜ਼? ਬਿਲਕੁਲ ਪ੍ਰਾਇੋਰਟੀ। ਗੱਲ ਇਹ ਹੈ, ਮੈਂ ਜਿਹੜਾ ਪਹਿਲਾ ਸਵਾਲ ਕੀਤਾ ਸੀਗਾ, ਬੜੀਆਂ ਸਾਰੀਆਂ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਸ਼ਾਇਦ ਅੱਜ ਤੋਂ 2 4 5 ਸਾਲ 10 ਸਾਲ ਬਾਅਦ ਵੀ ਹੋ ਸਕਦੀਆਂ ਨੇ। ਸਾਨੂੰ ਪਹਿਲਾਂ ਆਪਣੀ ਪ੍ਰਾਇੋਰਟੀ ਲਿਸਟ ਦੇਖਣੀ ਚਾਹੀਦੀ ਹੈ ਕਿ ਸਾਡੀ ਪ੍ਰਾਇੋਰਟੀ ਕੀ ਹੈ, ਕੀ ਸਾਡੀ ਇੱਕ ਮਿੰਟ ਮਨਜੀਤ ਸਿੰਘ ਜੀ, ਮੈਨੂੰ ਇਹਨਾਂ ਦਾ ਜਵਾਬ ਲੈ ਲੈਣ ਦਿਓ, ਫਿਰ ਮੈਂ ਦੇਣਾ ਤੁਹਾਨੂੰ ਟਾਈਮ। ਕੀ ਸਾਡੀ ਪ੍ਰਾਇੋਰਟੀ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਸਾਡੇ ਮੁਲਕ ਦੇ ਵਿੱਚ ਰਾਤ ਨੂੰ ਸੌਣ ਲੱਗਿਆ ਕੋਈ ਭੁੱਖਾ ਨਾ ਸੋਵੇ? ਸਾਡੇ ਮੁਲਕ ਦੇ ਵਿੱਚ ਕੋਈ ਕਿਸੇ ਦੀ ਮੌਤ ਇਸ ਕਰਕੇ ਨਾ ਹੋਵੇ ਕਿਉਂਕਿ ਉਸ ਨੂੰ ਪੋਸ਼ਣ ਨਹੀਂ ਮਿਲਿਆ। ਸਾਡੀ ਪ੍ਰਾਇੋਰਟੀ ਇਹ ਹੋਣੀ ਚਾਹੀਦੀ ਹੈ, ਜਾਂ ਸਾਡੀ ਪ੍ਰਾਇੋਰਟੀ ਇਹ ਹੋਣੀ ਚਾਹੀਦੀ ਹੈ ਕਿ ਚੰਦਰਯਾਨ ਅਸੀਂ ਪਹਿਲਾਂ ਪਹੁੰਚਾ ਦਿੱਤਾ, ਅਸੀਂ ਧਾਰਾਵਾਂ ਇਹ ਲਗਾ ਦਿੱਤੀਆਂ ਨੇ? ਮੇਰੇ ਜਿਹੜਾ ਆਮ ਤੌਰ ਤੇ ਧਾਰਨਾ ਇਹ ਬਣੀ ਹੋਈ ਹੈ ਕਿ ਸਰਕਾਰ ਦੀ ਪ੍ਰਾਇੋਰਟੀ ਲਿਸਟ ਦੇ ਵਿੱਚ ਸ਼ਾਇਦ ਗਰੀਬ ਲੋਕ ਹੈ ਹੀ ਨਹੀਂ। ਸਭ ਤੋਂ ਪਹਿਲਾਂ ਪ੍ਰਾਇੋਰਟੀ ਇਹੀ ਹੈ, ਔਰ ਮੋਦੀ ਸਾਹਿਬ ਨੇ ਇਸ ਚੀਜ਼ ਨੂੰ ਵਾਰ-ਵਾਰ ਦੁਹਰਾਇਆ ਵੀ ਹੈ, ਔਰ ਇਹ ਤੇ ਕੰਮ ਵੀ ਕੀਤਾ। ਦੇਖੋ ਗੱਲ ਇਹ ਆ
ਚੰਦਰਯਾਨ ਜਾਂ ਦੂਜੇ ਸਾਇੰਸ ਦੇ ਪ੍ਰੋਜੈਕਟ ਉਹ ਚੱਲਦੇ ਰਹਿਣੇ ਆ, ਉਹ ਹੁਣ ਦੇ ਨਹੀਂ ਚੱਲ ਰਹੇ, ਆਜ਼ਾਦੀ ਤੋਂ ਬਹੁਤ ਚੱਲਦੇ, ਔਰ ਇਹ ਕੰਟੀਨਿਊਟੀ ਇੱਕ ਪ੍ਰੋਸੈਸ ਹੈ। ਜਿਹੜਾ ਇਹ ਵਰਗ ਹੈ ਇਹਨੂੰ ਖਾਸ ਕਰ ਧਿਆਨ 'ਚ ਰੱਖਦੇ ਹੋਏ ਬੁਨਿਆਦੀ ਢਾਂਚੇ 'ਚ ਜਿਹੜਾ ਚੇਂਜ ਲਿਆਇਆ ਜਾ ਰਿਹਾ, ਅਨਾਜ ਤੇ ਪੈਦਾ ਹੋ ਰਿਹਾ, ਇਹ ਨਹੀਂ, ਇਹ ਅਨਾਜ ਨਹੀਂ ਹੈਗਾ, ਅਨਾਜ ਦੀ ਡਿਸਟ੍ਰੀਬਿਊਸ਼ਨ ਨਹੀਂ ਹੈਗੀ। FCI 'ਚ ਇੰਨਾ ਕਰਪਸ਼ਨ ਹੈ, ਗੋਦਾਮ ਬਾਹਰ ਸਾਡੇ ਕੋਲ ਜਿਹੜਾ ਹੈਗਾ ਸਟੋਰੇਜ ਦੀ ਪ੍ਰੋਬਲਮ ਹੈ। ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਮੈਨੂੰ ਤਾਂ ਰੱਖਦੇ ਸਾਹਿਬ ਹੋਏ ਐਂ ਲੱਗਦਾ ਕਿ ਸਰਕਾਰ ਕਿਸੇ ਹੋਰ ਦੀ ਰਾਜ ਕਰ ਰਹੀ ਹੈ ਇਹਨਾਂ ਚੀਜ਼ਾਂ ਤੇ ਇਹਨਾਂ ਚੀਜ਼ਾਂ ਤੇ ਬਾਕੀ ਚੀਜ਼ਾਂ ਤੇ ਤੁਸੀਂ ਨਹੀਂ, ਰਾਜ ਉਹਦੇ 'ਚ ਕਰ ਮੈਂ ਰਹੇ ਹੋ। ਪਹਿਲਾਂ ਇੱਕ ਗੱਲ FCI ਕਹੀ ਨਾ, ਲੱਗਦਾ ਤੁਹਾਡੇ ਕਹਿਣੇ ਤੋਂ ਬਾਹਰ ਹੈ, ਅਰਪੀ ਅਫਸਰਸ਼ਾਹੀ ਜੀ ਤੁਹਾਡੇ ਤੋਂ ਬਾਹਰ ਹੈ, ਕੋਈ ਹੋਰ ਹੀ ਸਰਕਾਰ ਉਹਨਾਂ ਨੂੰ ਚਲਾ ਰਹੀ ਹੈ। ਨਹੀਂ, ਨਿਚਲੇ ਲੈਵਲ ਤੇ ਸਾਡਾ ਜਿਹੜਾ ਤਬਕਾ ਨਾ ਉਹ ਇੰਨਾ ਕਰਪਟ ਹੋ ਗਿਆ, ਉਹਨਾਂ ਨੂੰ ਆਦਤ ਨਹੀਂ ਰਹੀ, ਉਹਨਾਂ ਨੂੰ ਕੰਮ ਕਰਨ ਦੀ ਆਦਤ ਪਾਈ ਜਾ ਰਹੀ ਹੈ। ਠੀਕ ਹੈ, ਤਰਲੋਚਨ ਸਿੰਘ ਜੀ ਇਹ ਕਹਿੰਦੇ ਨੇ ਕੰਮ ਕਰਨ ਦੀ ਆਦਤ ਪਾਈ ਜਾ ਰਹੀ ਹੈ, ਇਸ ਕਰਕੇ ਥੋੜਾ ਸਮਾਂ ਲੱਗੇਗਾ। 5 ਸਾਲ ਲੱਗ ਚੁੱਕੇ ਨੇ, ਥੋੜਾ ਹੋਰ ਵੀ ਸਮਾਂ ਲੱਗ ਸਕਦਾ ਹੈ, ਇਸ ਕਰਕੇ ਆਦਤ ਲੋਕਾਂ ਨੂੰ ਪੈ ਜਾਏਗੀ ਕੰਮ ਕਰਨ ਦੀ ਵੀ। ਪਰ ਮੇਰਾ ਸਵਾਲ ਨਾਲ ਇਹ ਵੀ ਹੈ ਕਿ ਇਹ ਹੋਵੇ ਕਿ ਸਾਡੇ ਕੋਲ ਅੰਨ ਦੀ ਘਾਟ ਹੈ, ਪਾਪੂਲੇਸ਼ਨ ਬਹੁਤ ਵੱਧ ਗਈ ਹੈ, ਅਸੀਂ ਥੋੜਾ ਜਿਹਾ ਸੰਘਰਸ਼ ਕਰ ਲਾਂਗੇ ਕਿ ਹਾਂ ਸਾਡੇ ਕੋਲ ਘਾਟ ਹੈ, ਇਸ ਕਰਕੇ ਥੋੜੀ ਜੀ ਹੋ ਰਹੀ ਹੈ ਦਿੱਕਤ। ਪਰ ਜਦੋਂ ਸਾਡੇ ਕੋਲ ਅੰਨ ਦੀ ਘਾਟ ਨਹੀਂ, ਅਨਾਜ ਸਾਡਾ ਸੜ ਰਿਹਾ, ਇਹ ਕਹਿੰਦੇ ਨੇ ਕਿ ਥਾਂ ਹੀ ਨਹੀਂ ਹੈਗੀ ਅਨਾਜ ਸਾਂਭਣ ਦੀ, ਓਪਨ ਪਲੰਥਾਂ ਦੇ ਵਿੱਚ ਪਿਆ ਸੜ ਰਿਹਾ ਅਨਾਜ, ਫਿਰ ਵੀ ਗਰੀਬ ਲੋਕਾਂ ਦੀ ਪਲੇਟ ਤੱਕ ਨਹੀਂ ਪਹੁੰਚ ਰਿਹਾ। ਇਸ ਤੋਂ ਵੱਡੀ ਤੇ ਸ਼ਰਮਨਾਕ ਗੱਲ ਮੈਨੂੰ ਲੱਗਦਾ ਕੋਈ ਹੋ ਨਹੀਂ ਸਕਦੀ। ਹਰਪ੍ਰੀਤ ਜੀ, ਸਰਕਾਰ ਜਿਹੜੀ ਚੱਲ ਰਹੀ ਹੈ, ਜਿਹੜੀਆਂ ਪਹਿਲੋਂ ਚੱਲਦੀਆਂ ਸੀ, ਉਹਨਾਂ ਦਾ ਮਕਸਦ ਇੱਕੋ ਹੀ ਹੈ ਵੀ ਸਾਨੂੰ ਵੋਟ ਕਿਵੇਂ ਮਿਲੇਗੀ, ਡੰਗ ਕਿਵੇਂ ਟਪਾਉਣਾ। ਅਸੀਂ ਜੇ ਮੋਦੀ ਸਾਹਿਬ ਨੂੰ ਆਪਣਾ ਬਾਲਾਕੋਟ ਦਾ ਨਾਅਰਾ ਲਾ ਕੇ, ਕਸ਼ਮੀਰ ਦਾ ਨਾਅਰਾ ਲਾ ਕੇ, 370 ਧਾਰਾ ਦਾ ਨਾਅਰਾ ਲਾ ਕੇ, ਧਰਮ ਦਾ ਨਾਅਰਾ ਲਾ ਕੇ, ਰਾਮ ਮੰਦਿਰ ਦਾ ਨਾਅਰਾ ਲਾ ਕੇ, ਜਾਤ ਪਾਤ ਦਾ ਨਾਅਰਾ ਲਾ ਕੇ ਜੇ ਵੋਟ ਮਿਲਦੀ ਹੈ, ਜਾਂ ਜਿਵੇਂ ਕਾਂਗਰਸ ਸਾਹਿਬ ਬਹੁਤ ਮਾਣ ਨਾਲ ਇਹ ਗੱਲ ਕਹਿ ਰਹੇ ਆ, ਝੁੱਗੀਆਂ 'ਚ ਗੈਸ ਕਨੈਕਸ਼ਨ ਦੇ ਕੇ ਜਾਂ ਇਲੈਕਸ਼ਨ ਤੋਂ ਪਹਿਲਾਂ ਕਿਸੇ ਦੇ ਖਾਤੇ 'ਚ 2000 ਰੁਪਈਆ ਪਾ ਕੇ ਵੋਟ ਮਿਲਦੀ ਹੈ, ਉਹਨੇ 30 ਕਰੋੜ ਜਿਹੜੇ ਭੁੱਖੇ ਮਰਦੇ ਉਹਦੇ ਤੋਂ ਕੀ ਲੈਣਾ ਹੈ। ਇਹ ਡੰਗ ਟਪਾਉਣ ਵਾਲੀ ਜਿਹੜੀ ਨੀਤੀ ਹੈ, ਦੇਖੋ ਇਹ ਨਹੀਂ ਇਹ ਮੋਦੀ ਸਰਕਾਰ ਦੀ ਗੱਲ ਕਰਦੇ, ਪਿਛਲੀਆਂ ਸਰਕਾਰਾਂ ਵੀ ਨੇ। ਦੇਖੋ ਇੱਕ ਗੱਲ ਬੜੀ ਕਲੀਅਰ ਹੈ, ਚੰਦੋਕ ਸਾਹਿਬ ਕੋਈ ਇੰਪਲਾਈ ਰੱਖਣ ਜਾਂ ਅਗਰਵਾਲ ਸਾਹਿਬ ਕੋਈ ਇੰਪਲਾਈ ਰੱਖਣ, ਜਦੋਂ ਇਹਨਾਂ ਨੂੰ ਇਹ ਅਧਿਕਾਰ ਦੇ ਦਿੱਤਾ ਵੀ ਬੀਟੈਕ ਵਾਲੇ ਨੂੰ ਭਾਵੇਂ 3000 ਦੇ ਕੇ ਰੱਖੋ ਤੇ ਭਾਵੇਂ 30000 ਦੇ ਕੇ ਰੱਖੋ, ਤੇ ਲੋਕ ਭੁੱਖੇ ਮਰਨਗੇ ਨਾ। ਮਤਲਬ ਸਾਡੇ ਦੇਸ਼ ਦੀ ਤਰਾਸਦੀ ਇਹ ਹੈ ਵੀ ਮਿਨੀਮਮ ਵੇਜ ਹੀ ਫਿਕਸ ਨਹੀਂ ਹੋਈ। ਮਤਲਬ ਇੱਕ ਹੁਣ ਮੈਂ ਪੰਜਾਬ ਫਿਰ ਯਾਦ ਆ ਜਾਂਦਾ ਹੈ, ਜਿਹੜਾ ਰੁਜ਼ਗਾਰ ਮੇਲੇ ਲੱਗ ਰਹੇ ਹਰਪ੍ਰੀਤ ਜੀ, ਉਹਦੇ 'ਚ ਇੱਕ ਕੈਂਡੀਡੇਟ ਮੈਨੂੰ ਮਿਲਿਆ, ਕਹਿੰਦਾ ਬੀਟੈਕ ਕੀਤੀ ਹੈ, ਮੈਨੂੰ ਬੜੇ ਮਾਣ ਨਾਲ ਪੰਜਾਬ ਸਰਕਾਰ ਨੇ ਅਪਾਇੰਟਮੈਂਟ ਲੈਟਰ ਦਿੱਤੀ ਹੈ, 10,000 ਰੁਪਇਆ ਤਨਖਾਹ, ਤੇ ਨੌਕਰੀ ਕਿੱਥੇ ਦਿੱਤੀ? ਗੁੜਗਾਉਂ ਦਿੱਤੀ। ਚੰਦੋਕ ਸਾਹਿਬ ਗੁੜਗਾਉਂ ਕਿਰਾਇਆ ਕਿੰਨਾ ਹੈ? ਉੱਥੇ ਕਮਰਾ ਰਹਿ ਕੇ ਰਹੂਗਾ, ਰੋਟੀ ਖਾਊਗਾ, ਭੁੱਖਾ ਮਰੂਗਾ। ਉਹਨੂੰ ਅਪਾਇੰਟਮੈਂਟ ਲੈਟਰ ਦੇ ਕੇ ਕਿਹਾ ਵੀ ਤੂੰ ਹੁਣ ਫਾਹਾ ਲੈ ਕੇ ਮਰ ਜਾ। ਜਦੋਂ ਸਰਕਾਰ ਦੀਆਂ ਨੀਤੀਆਂ ਇਦਾਂ ਦੀਆਂ ਹੋਣਗੀਆਂ ਤੇ ਫਿਰ 30 ਕਰੋੜ ਫਿਰ ਆ ਭੁੱਖ ਮਰੀ, ਫਿਰ ਦੇਖੋ ਕਿੰਨੀ ਮਾੜੀ ਗੱਲ ਹੈ। ਮਤਲਬ ਵੀ 112ਵੇਂ ਨੰਬਰ ਤੇ ਆਉਣਾ ਭੁੱਖ ਮਰੀ 'ਚ, ਤੇ ਆਪਾਂ ਹਾਂਜੀ 102 ਨੰਬਰ 'ਚ ਆਉਣਾ 117 'ਚੋਂ, ਤੇ ਆਪਾਂ ਇਹ ਕਹੀਏ ਵੀ ਭਾਰਤ ਜਿਹੜਾ ਬੜਾ ਮਹਾਨ ਹੈ। ਅਸੀਂ ਇਹ ਨਹੀਂ ਵੀ ਕਿਤੇ ਦੇਸ਼ ਦੀ ਕਿਸੇ ਤਰ੍ਹਾਂ ਬਦਖੋਈ ਕਰ ਰਹੇ ਹਾਂ, ਪਰ ਸੱਚਾਈ ਤਾਂ ਸਾਹਮਣੇ ਲਿਆਓ ਨਾ ਤੁਸੀਂ। ਸੱਚਾਈ ਕੀ ਹੈ? ਸੱਚਾਈ ਇਹ ਹੈ, ਲੋਕਾਂ ਨੂੰ ਸਬਸਿਡੀਆਂ ਦੇ ਕੇ, ਲੋਕਾਂ ਦੇ ਮੂੰਹ 'ਚ ਮਾੜਾ ਜਿਹਾ ਚੋਗਾ ਪਾ ਕੇ ਵੋਟ ਲੈਣ ਤੋਂ ਅੱਗੇ ਹਰਪ੍ਰੀਤ ਜੀ ਇਹਨਾਂ ਦੀ ਕੋਈ ਨੀਤੀ ਨਹੀਂ ਹੈਗੀ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। 2 ਇੰਡੈਕਸ ਜਾਰੀ ਹੋਏ ਨੇ, ਇੱਕ ਭੁੱਖਮਰੀ ਦੇ ਤੇ ਔਰ ਇੱਕ ਨਿਵੇਸ਼ ਤੇ, ਕਿ ਪੰਜਾਬ ਦੇ ਵਿੱਚ ਕੋਈ ਨਿਵੇਸ਼ ਕਿਉਂ ਨਹੀਂ ਕਰਨਾ ਚਾਹੁੰਦਾ, ਇਸੇ ਤੇ ਵਿਚਾਰ ਚਰਚਾ ਜਾਰੀ ਹੈ। ਅਗਰਵਾਲ ਸਾਹਿਬ, ਇਸ ਚੀਜ਼ ਨੂੰ ਤੁਸੀਂ ਇੰਡਸਟਰੀ ਨਾਲ ਜੋੜ ਕੇ ਵੀ ਦੇਖਦੇ ਹੋ? ਕਿਉਂਕਿ ਅਸੀਂ ਕੁੱਲ ਮਿਲਾ ਕੇ ਜਦੋਂ ਦੇਖਦੇ ਹਾਂ ਕਿ ਜਿਵੇਂ ਪ੍ਰੋਫੈਸਰ ਸਾਹਿਬ ਨੇ ਵੀ ਕਿਹਾ ਕਿ ਜੇਬ ਦੇ ਵਿੱਚ ਜੇ ਕੋਈ ਪੈਸਾ ਹੀ ਨਹੀਂ ਹੈਗਾ ਤਾਂ ਉਹ ਖਰੀਦਦਾਰੀ ਕਿਵੇਂ ਕਰੂਗਾ? ਫਿਰ ਉਹ ਇੱਕ ਸਰਕਲ, ਇੱਕ ਚੇਨ ਜਿਹੜੀ ਬਣੀ ਹੋਈ ਹੈ, ਜਦੋਂ ਉਹ ਚੇਨ ਟੁੱਟਦੀ ਹੈ ਤਾਂ ਉਹਦਾ ਅਸਰ ਸਾਰਿਆਂ ਨੂੰ ਹੀ ਪੈਂਦਾ। ਬਿਲਕੁਲ ਜੀ, ਇਹ ਜਿੰਨੀ ਵੀ ਭੁੱਖਮਰੀ ਆ, ਇਹਦਾ ਮੁੱਢਲਾ ਕਾਰਨ ਅੰਪਲਾਇਮੈਂਟ ਹੈ ਜੀ। ਚਾਹੇ ਉਹਨੂੰ ਅਸੀਂ ਅੰਡਰ ਅੰਪਲਾਇਮੈਂਟ ਲੈ ਲਈਏ, ਚਾਹੇ ਅਸੀਂ ਉਹਨੂੰ ਅਨਐਮਪਲਾਇਮੈਂਟ ਲੈ ਲਈਏ। ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਕਿਹਾ, ਉਹ ਅੰਡਰ ਅੰਪਲਾਇਮੈਂਟ ਦੀ ਗੱਲ। ਅੰਡਰ ਅੰਪਲਾਇਮੈਂਟ ਵੀ ਭੁੱਖਮਰੀ ਵੱਲ ਲੈ ਕੇ ਜਾਂਦੀ ਆ, ਤੇ ਅਨਐਮਪਲਾਇਮੈਂਟ ਵੀ ਭੁੱਖਮਰੀ ਵਾਸਤੇ ਲੈ ਕੇ ਜਾਂਦੀ ਆ। ਅੱਜ ਦੇ ਘੜੀ ਦੇ ਵਿੱਚ ਐਗਰੀਕਲਚਰ ਦੇ ਵਿੱਚ ਅੰਪਲਾਇਮੈਂਟ ਜਨਰੇਸ਼ਨ ਦਾ ਬਹੁਤ ਜ਼ਿਆਦਾ ਸਕੋਪ ਨਹੀਂ ਰਿਹਾ, ਤੇ ਪਿਛਲੇ 10-15 ਸਾਲਾਂ ਦੇ ਵਿੱਚ ਸਰਵਿਸ ਸੈਕਟਰ ਦੇ ਵਿੱਚ ਵੀ ਅੰਪਲਾਇਮੈਂਟ ਦਾ ਜਿੰਨਾ ਕੁ ਸਕੋਪ ਸੀਗਾ ਉਹ ਵੀ ਲਗਭਗ ਖਤਮ ਹੁੰਦਾ ਜਾ ਰਿਹਾ, ਕਿਉਂਕਿ ਪਹਿਲਾਂ ਆਈਟੀ ਸੈਕਟਰ ਬਹੁਤ ਪ੍ਰੋਗਰੈਸਿਵ ਸੀ, ਕਿਉਂਕਿ ਬਹੁਤ ਵੱਡਾ ਵੈਕਿਊਮ ਸੀ। ਹੁਣ ਸਟੇਬਿਲਿਟੀ ਉਹ ਸਟੇਬਿਲਿਟੀ ਆ ਗਈ ਆ, ਤੇ ਇੱਕੋ ਜਨਰਲ ਜਿਹੜੀ ਉਹਦੀ ਗਰੋਥ ਆ ਉਹ ਹੈ ਰਹੀ ਹੈ।
ਤੇ ਜੇ ਕੋਈ ਪ੍ਰੋਮਿਸਿੰਗ ਚੀਜ਼ ਹੋ ਸਕਦੀ ਹੈ ਜਿਹੜੀ ਭੁੱਖਮਰੀ ਨਾਲ ਟੈਕਲ ਕਰ ਸਕਦੀ ਹੈ ਨੀਤੀ ਤੋਂ ਇਲਾਵਾ, ਮੈਂ ਨੀਤੀ ਦੀ ਗੱਲ ਰਾਜਨੀਤੀ ਦੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੁੰਦਾ, ਨਾ ਮੈਂ ਕਿਸੇ ਨੂੰ ਦੋਸ਼ ਦੇਣਾ ਚਾਹੁੰਦਾ, ਤੇ ਸਿਰਫ ਇੱਕ ਇੰਡਸਟਰੀ ਰਹਿ ਜਾਂਦੀ ਹੈ। ਤੇ ਅਨਫੋਰਚੂਨੇਟ ਪਾਰਟ ਇਹ ਹੈ ਕਿ ਵੀ ਇੰਡਸਟਰੀ ਨੂੰ ਸਿਰਫ ਇੱਕ ਪ੍ਰੋਫਿਟਰਿੰਗ ਦੇ ਤਰੀਕੇ ਦੇ ਨਾਲ ਹੀ ਦੇਖਿਆ ਜਾ ਰਿਹਾ। ਮੈਨੂੰ ਕਰਲੋਸਕਰ ਸਾਹਿਬ ਦਾ ਇੱਕ ਬਿਆਨ ਹਮੇਸ਼ਾ ਯਾਦ ਰਹਿੰਦਾ, ਉਹ ਕਹਿੰਦਾ ਇੰਡਸਟਰੀ ਦੀ ਗਰੋਥ ਉਦੋਂ ਹੋਣੀ ਆ ਜਦੋਂ ਪ੍ਰੋਫਿਟ ਨੂੰ ਤੁਸੀਂ ਇੱਕ ਬੁਰਾ ਸ਼ਬਦ, ਇੱਕ ਗਾਲ ਵਾਲਾ ਸ਼ਬਦ ਦੇ ਤੌਰ ਤੇ ਦੇਖਣਾ ਬੰਦ ਕਰ ਦਿਓਗੇ। ਇਹਦਾ ਟੈਂਜੀਬਲ ਬੈਨੀਫਿਟ ਪ੍ਰੋਫਿਟ ਆ, ਤੇ ਇਹਦੇ ਨਾਨ ਟੈਂਜੀਬਲ ਬੈਨੀਫਿਟ ਨੂੰ ਵੀ ਤਾਂ ਦੇਖੋ ਨਾ। ਅਸਲੀ ਤੇ ਨਾਨ ਟੈਂਜੀਬਲ ਬੈਨੀਫਿਟ ਆ, ਬਿਲਕੁਲ। ਤੇ ਜਿਹੜੇ ਨਾਨ ਟੈਂਜੀਬਲ ਬੈਨੀਫਿਟ ਆ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਅਟੈਕ ਜਿਹੜਾ ਇੰਡਸਟਰੀ ਨੇ ਕਰ ਦੇਣਾ ਉਹ ਭੁੱਖਮਰੀ ਤੇ ਕਰ ਦੇਣਾ। ਚਾਹੇ ਉਹ ਅੰਡਰ ਐਮਪਲੋਇਮੈਂਟ ਨੂੰ ਕੰਟਰੋਲ ਕਰਕੇ ਕਰ ਦੇਣਾ, ਚਾਹੇ ਉਹ ਅਨਐਮਪਲੋਇਮੈਂਟ ਨੂੰ ਕੰਟਰੋਲ ਕਰਕੇ ਦੇਖਣਾ। ਆਪਾਂ ਸਰਕਾਰਾਂ ਤੇ ਦੋਸ਼ ਕੱਢਣਾ ਬੰਦ ਕਰ ਦਈਏ, ਆਪਾਂ ਆਪਣੀ ਨੀਤੀ ਨੂੰ ਲਈਏ। ਨੀਤੀ ਚੱਲਦੀ ਹੈ ਦਿੱਲੀ ਤੋਂ, ਤੇ ਜਿੱਥੇ ਅਖੀਰਲੇ ਤੱਕ ਜਿਹਨੂੰ ਅਸੀਂ ਅੰਤੋਦੈ ਦੀ ਗੱਲ ਕਰਦੇ ਹਾਂ, ਸਰਕਾਰ ਹਮੇਸ਼ਾ ਅੰਤੋਦੈ ਦੀ ਗੱਲ ਕਰੀ ਜਾਂਦੀ ਹੈ, ਅੰਤੋਦੈ ਤੱਕ ਤਾਂ ਉਹ ਨੀਤੀ ਪਹੁੰਚਦੀ ਨਹੀਂ। ਚਾਹੇ ਉਹ ਨੀਤੀ ਦਾ ਨੁਕਸਾ, ਚਾਹੇ ਉਹਦੀ ਲੈਜਿਸਲੇਸ਼ਨ ਦਾ ਨੁਕਸਾ, ਚਾਹੇ ਉਹ ਕਰਪਸ਼ਨ ਦਾ ਨੁਕਸਾ, ਇਹ ਕਿਹਨੇ ਕੱਢਣਾ? ਤੁਸੀਂ ਕਿਸੇ ਨੇ ਨਹੀਂ ਕੱਢਣਾ, ਇਹ ਸਰਕਾਰ ਦਾ ਕੰਮ ਆ। ਸਰਕਾਰ ਨੇ ਦੇਖਣਾ ਵੀ ਇਹਨੂੰ ਕਿਸ ਤਰ੍ਹਾਂ ਕਰਨਾ। ਤੇ ਜਿੰਨੀ ਦੇਰ ਇੰਡਸਟਰੀ ਦੇ ਨਾਨ ਟੈਂਜੀਬਲ ਬੈਨੀਫਿਟਸ ਨੂੰ ਸਾਹਮਣੇ ਰੱਖ ਕੇ ਇੰਡਸਟਰੀ ਦੀ ਗਰੋਥ ਨਾ ਲਿੱਤੀ ਜਾਊਗੀ, ਓਨੀ ਦੇਰ ਭੁੱਖਮਰੀ ਤੇ ਅਟੈਕ ਕਰਨਾ ਇੰਪੋਸੀਬਲ ਆ। ਐਗਰੀਕਲਚਰ ਨੇ, ਸਰਵਿਸ ਸੈਕਟਰ ਨੇ ਹੁਣ ਬਹੁਤੀ ਜ਼ਿਆਦਾ ਮਦਦ ਨਹੀਂ ਕਰਨੀ। ਤੇ ਜੇ ਪਿਛਲੇ 60 ਸਾਲਾਂ 'ਚ ਦੇਖੋ GDP ਤੇ ਕੰਟਰੀਬਿਊਸ਼ਨ ਇੰਡਸਟਰੀ ਦੀ ਘਟ ਰਹੀ ਆ, ਔਰ ਇੰਪੋਰਟ ਵਧੀ ਜਾ ਰਿਹਾ। ਉੱਥੋਂ ਅੰਦਾਜ਼ਾ ਹੋ ਜਾਂਦਾ। ਚਲੋ ਇੰਪੋਰਟ ਵਧੀ ਜਾ ਰਿਹਾ। ਮੈਂ ਇੱਕ ਮਿੰਟ ਆਣਾ, ਇੱਕ ਹੋਰ ਵੀ ਆਪਾਂ ਚਰਚਾ ਦੇ ਵਿੱਚ ਸ਼ਾਮਿਲ ਕਰ ਲਈਏ ਮੁੱਦਾ, ਫਿਰ ਆਪਾਂ ਅੱਗੇ ਵਧਾਂਗੇ। ਨੀਤੀ ਆਯੋਗ ਨੇ ਜਿਹੜਾ ਇੰਡੈਕਸ ਜਾਰੀ ਕੀਤਾ ਹੈ, ਇੰਡੀਆ ਇਨੋਵੇਸ਼ਨ ਇੰਡੈਕਸ 2019 ਜਾਰੀ ਕੀਤਾ, ਉਹਦੇ ਆંકੜੇ ਵੀ ਜਿਹੜੇ ਨੇ ਬਹੁਤ ਮਹੱਤਵਪੂਰਨ ਨੇ। ਖਾਸ ਤੌਰ ਤੇ ਜੇ ਪੰਜਾਬ ਦੇ ਸੰਦਰਭ 'ਚ ਅਸੀਂ ਦੇਖਦੇ ਹਾਂ ਤਾਂ ਅਸੀਂ ਕਿੱਥੇ ਖੜੇ ਹਾਂ। ਨਾ ਸਿਰਫ ਕੇਂਦਰ ਸਰਕਾਰ, ਪੰਜਾਬ ਸਰਕਾਰ ਨੇ ਵੀ ਬੜੇ ਦਾਅਵੇ ਕੀਤੇ ਸੀਗੇ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਤਾਂ ਅਸੀਂ ਨਕਸ਼ਾ ਹੀ ਬਦਲ ਕੇ ਰੱਖ ਦਾਂਗੇ, ਪੰਜਾਬ ਦੀ ਇੰਡਸਟਰੀ ਕਿੱਥੇ ਪਹੁੰਚ ਜਾਏਗੀ, ਬਿਜਲੀ ਦੇ ਰੇਟ ਅਸੀਂ ਕੀ ਦੇਵਾਂਗੇ, ਉਹ ਸਾਰੀਆਂ ਚੀਜ਼ਾਂ ਯਥਾਰਥ ਕੀ ਹੈ, ਸੱਚਾਈ ਕੀ ਹੈ, ਉਹ ਇਹ ਇੰਡੈਕਸ ਦੱਸਦਾ। ਇਸ ਇੰਡੈਕਸ ਦੇ ਵਿੱਚ ਇਨੋਵੇਸ਼ਨ ਦੇ ਮਾਮਲੇ ਦੇ ਵਿੱਚ ਪੰਜਾਬ 17 ਸੂਬਿਆਂ ਦੇ ਵਿੱਚੋਂ 11ਵੇਂ ਨੰਬਰ ਤੇ ਆਇਆ। ਨੀਤੀ ਆਯੋਗ ਵੱਲੋਂ ਵਰਲਡ ਇਨੋਵੇਸ਼ਨ ਇੰਡੈਕਸ ਦੇ ਆਧਾਰ ਤੇ ਪਹਿਲੀ ਵਾਰ ਇੰਡੀਆ ਇਨੋਵੇਸ਼ਨ ਇੰਡੈਕਸ ਤਿਆਰ ਕੀਤਾ ਗਿਆ, ਜਿਸ ਦੇ ਤਹਿਤ ਨਿਵੇਸ਼ ਦੇ ਲਈ ਕਰਨਾਟਕ ਪਹਿਲੀ ਪਸੰਦ ਹੈ, ਜਦਕਿ ਪੰਜਾਬ ਦਾ ਨੰਬਰ ਗੁਆਂਢੀ ਸੂਬੇ ਹਰਿਆਣਾ ਤੋਂ ਵੀ ਕਿਤੇ ਹੇਠਾਂ ਆਉਂਦਾ। ਨਿਵੇਸ਼ ਦੇ ਲਿਹਾਜ਼ ਨਾਲ ਕਰਨਾਟਕ ਤੋਂ ਬਾਅਦ ਮਹਾਰਾਸ਼ਟਰ, ਹਰਿਆਣਾ, ਕੇਰਲ, ਤਮਿਲਨਾਡੂ, ਗੁਜਰਾਤ, ਤੇਲੰਗਾਨਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦਾ ਨੰਬਰ ਹੈ, ਜਦਕਿ ਬਿਹਾਰ, ਝਾਰਖੰਡ ਤੇ ਪੰਜਾਬ ਨਿਵੇਸ਼ ਦੇ ਲਈ ਸਭ ਤੋਂ ਘੱਟ ਪਸੰਦ ਕੀਤੇ ਜਾਣ ਵਾਲੇ ਸੂਬਿਆਂ ਦੇ ਵਿੱਚ ਸ਼ੁਮਾਰ ਨੇ। ਕਦੇ ਪੰਜਾਬ ਦਾ ਨਾਮ ਹੁੰਦਾ ਸੀ ਇੰਡਸਟਰੀ ਦੇ ਵਿੱਚ। ਮੈਂ ਅਗਰਵਾਲ ਸਾਹਿਬ ਤੁਹਾਡੇ ਤੋਂ ਹੀ ਲੈਣਾ ਚਾਹਾਂਗਾ ਗੱਲ, ਇੱਥੋਂ ਹੀ ਸ਼ੁਰੂਆਤ ਕਰਨੀ ਚਾਹਾਂਗਾ। ਇਹਦੇ ਨਾਲ ਆਹ ਇੰਡੈਕਸ ਵੀ ਜਿਹੜਾ ਬੜਾ ਡਰਾਉਣ ਵਾਲਾ ਹੈਗਾ ਕਿ ਸਾਡੇ ਗੁਆਂਢੀ ਸੂਬੇ ਹਰਿਆਣਾ 'ਚ ਤਾਂ ਕੋਈ ਆਪਣੀ ਇੰਡਸਟਰੀ ਲਾਣਾ ਚਾਹੁੰਦਾ, ਬਾਕੀ ਸੂਬਿਆਂ 'ਚ ਲਾਣਾ ਚਾਹੁੰਦਾ, ਪੰਜਾਬ 'ਚ ਆਣਾ ਹੀ ਨਹੀਂ ਚਾਹੁੰਦਾ। ਇੱਕ ਵੱਡਾ ਰੀਜ਼ਨ ਤੁਹਾਨੂੰ ਕੋਈ ਨਜ਼ਰ ਆਉਂਦਾ? ਬਿਲਕੁਲ ਜੀ। ਪਹਿਲਾਂ ਤਾਂ ਮੈਂ ਆਪਣੀ ਪਿਛਲੀ ਗੱਲ ਨੂੰ ਇਸ ਗੱਲ ਨਾਲ ਜੋੜਦਿਆਂ ਹੋਇਆਂ, ਚਾਹੇ ਅਸੀਂ ਹੁਣ ਪੰਜਾਬ ਦੇ ਸੂਬੇ ਦੀ ਗੱਲ ਕਰੀਏ, ਚਾਹੇ ਅਸੀਂ ਭਾਰਤ ਦੀ ਗੱਲ ਕਰੀਏ, ਇੰਡਸਟਰੀ ਨੂੰ ਦੀ ਜੋ ਬੁਰੀ ਹਾਲਤ ਹੈ ਉਹ ਤਾਂ ਸਪਲਿਟਿੰਗ ਕਰਨੀ ਪੈਣੀ ਆ ਕਿ ਇਹਦੇ ਨਾਨ ਟੈਂਜੀਬਲ ਨੂੰ ਦੇ ਬੈਨੀਫਿਟਸ ਨੂੰ ਦੇਖ ਕੇ ਹੀ ਇੰਡਸਟਰੀ ਦੀ ਪਲੈਨਿੰਗ ਕਰਨੀ ਪੈਣੀ ਆ। ਹੁਣ ਇਹਨੂੰ ਮੈਂ ਪੰਜਾਬ ਦੇ ਨਾਲ ਜੇਕਰ ਜੋੜਦਾ ਜੀ, ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਵੀ ਪਿਛਲੇ 15-20 ਸਾਲਾਂ ਦੀ ਜੇ ਅਸੀਂ ਹਿਸਟਰੀ ਦੇਖ ਲਈਏ, ਪੰਜਾਬ ਦੇ ਵਿੱਚ ਇੰਡਸਟਰੀ ਵਾਲੇ ਪਾਸੇ ਕੋਈ ਧਿਆਨ ਨਹੀਂ ਰਿਹਾ। ਮੈਂ ਇਸ ਗੱਲ ਦਾ ਪੂਰਾ ਹਾਮੀ ਆ ਕਿ ਪੰਜਾਬ ਇੱਕ ਐਗਰੀਕਲਚਰ ਸਟੇਟ ਰਹੀ ਆ ਔਰ ਇਹ ਫੂਡ ਬਾਊਲ ਆਫ ਦੀ ਨੇਸ਼ਨ ਰਹੀ ਆ, ਪਰੰਤੂ ਕੀ ਫਾਇਦਾ ਜੇਕਰ ਅਸੀਂ ਉਹਨੂੰ ਇੰਡਸਟਰੀ ਦੇ ਨਾਲ ਨਾ ਜੋੜੀਏ। ਇੰਡਸਟਰੀ ਸਿਰਫ ਲੋਹੇ ਦੀ ਇੰਡਸਟਰੀ ਨਹੀਂ ਹੈ, ਇੰਡਸਟਰੀ ਸਿਰਫ ਜਿਸਤ ਦੀ ਇੰਡਸਟਰੀ ਨਹੀਂ ਆ, ਪਾਈਪਾਂ ਦੀ ਇੰਡਸਟਰੀ ਨਹੀਂ ਆ। ਪੰਜਾਬ ਦੇ ਵਿੱਚ ਫੂਡ ਪ੍ਰੋਸੈਸਿੰਗ ਬੜੀ ਮਿਸਫਾਰਚੂਨ ਹੈ ਪੰਜਾਬ ਦੀ ਕਿ ਰੂਹ ਇੱਥੋਂ ਐਕਸਪੋਰਟ ਕਰੀ ਜਾਂਦੇ। ਐਕਸਪੋਰਟ ਤੋਂ ਮਤਲਬ ਬਾਹਰਲੇ ਮੁਲਕਾਂ 'ਚ ਨਹੀਂ, ਦੂਸਰੀਆਂ ਸਟੇਟਾਂ, ਔਰ ਕੱਪੜਾ ਇੰਪੋਰਟ ਕਰੀ ਜਾਂਦੇ ਆ। ਬਈ ਦੱਸੋ ਇਹ ਕਿਹੜੀ, ਇਹ ਤੇ ਇੱਕ ਜਨਰਲ ਨੀਤੀ ਹੋ ਸਕਦੀ ਹੈ। ਇਹਦੇ ਲਈ ਕੋਈ ਸਰਕਾਰ ਨਹੀਂ ਚਾਹੀਦੀ, ਕੋਈ ਸਿਆਸਤਦਾਨ ਨਹੀਂ ਚਾਹੀਦਾ, ਕੋਈ ਐਡੇ ਮਾਹਰ ਵੀ ਨਹੀਂ ਚਾਹੀਦਾ, ਇਕਨੋਮਿਸਟ ਨਹੀਂ ਚਾਹੀਦਾ ਕਿ ਬਈ ਤੁਸੀਂ ਇਹੋ ਜਿਹੀ ਇੰਡਸਟਰੀ ਨੂੰ ਪ੍ਰਮੋਟ ਕਰੋ ਜਿਹੜੀ ਐਗਰੀਕਲਚਰ ਬੇਸਡ ਹੋਵੇ। ਤਾਂ ਕੰਗ ਸਾਹਿਬ ਇੱਥੇ ਵੀ ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਸਾਧੀ, ਪੰਜਾਬ ਸਰਕਾਰ ਦੀ ਮੈਂ ਪਿੱਛੇ ਸਟੇਟਮੈਂਟ ਪੜ੍ਹ ਰਿਹਾ ਸੀਗਾ ਕਿ ਕੇਂਦਰ ਸਰਕਾਰ ਚਾਹੁੰਦੀ ਨਹੀਂ ਕਿ ਪੰਜਾਬ ਅੱਗੇ ਵਧੇ, ਪੰਜਾਬ ਨੂੰ ਰਾਹਤਾਂ ਮਿਲਣ। ਜਿਹੜੇ ਪੈਕੇਜ ਤੁਸੀਂ ਹਿਮਾਚਲ ਨੂੰ ਦਿੰਦੇ ਜਾਂ ਹੋਰਾਂ ਸੂਬਿਆਂ ਨੂੰ ਦਿੰਦੇ ਹੋ, ਵਾਅਦਾ ਤਾਂ ਇਹ ਵੀ ਸੀਗਾ ਕਿ ਪੰਜਾਬ ਨੂੰ ਵੀ ਦਿੱਤਾ ਜਾਏਗਾ। ਨਾ ਤਾਂ ਪੰਜਾਬ ਸਰਕਾਰ 2.5 ਸਾਲਾਂ ਦੇ ਵਿੱਚ ਇੰਡਸਟਰੀ ਦੇ ਹਾਲਾਤ ਬਦਲ ਸਕੀ ਹੈ, ਨਾ ਕੇਂਦਰ ਸਰਕਾਰ ਨੇ ਕੁਝ ਮਦਦ ਕੀਤੀ। ਨਹੀਂ, ਪੰਜਾਬ ਇਹਦੇ 'ਚ ਸਭ ਤੋਂ ਵੱਡਾ ਰੋਲ ਤੇ ਪੰਜਾਬ ਸਰਕਾਰ ਦੀ ਉਦਾਸੀਨਤਾ ਜਿਹਨੂੰ ਕਹਿ ਲਓ ਨਾ, ਵੀ ਮਿਸ ਗਵਰਨੈਂਸ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਲੈ ਕੇ ਨਾ ਆਉਣਾ। ਔਰ ਦੂਸਰਾ ਸਭ ਤੋਂ ਵੱਡਾ ਕਾਰਨ ਹੈ ਜਿਹੜੀ ਮਾਈਗ੍ਰੇਸ਼ਨ, ਨੌਜਵਾਨ ਜਿਹੜਾ ਸਕਿਲਡ ਲੇਬਰ ਹੈ ਜਾਂ ਜਿਹੜਾ ਨੌਜਵਾਨ ਕੰਮ ਕਰ ਸਕਦਾ ਹੈ
ਉਹ ਅੱਜ ਪੰਜਾਬ 'ਚ ਤੇ ਅਵੇਲੇਬਲ ਹੀ ਨਹੀਂ ਹੈ। ਤੇ ਜਿਹੜੀ ਕਰਨਾਟਕ ਦੀ ਗੱਲ ਕਰ ਰਹੇ ਆ ਜਾਂ ਦੂਸਰੇ ਸੂਬੇ ਛੱਤੀਸਗੜ੍ਹ ਦੀ ਗੱਲ ਕਰਦੇ, ਉੱਥੇ ਲੇਬਰ ਕਾਸਟ ਜਿਹੜੀ ਆ ਬੜੀ ਸਸਤੀ ਆ। ਇਸ ਕਰਕੇ ਮੈਨੂੰ ਲੱਗਦਾ ਵੀ ਇਹਦੇ ਤੇ ਪੂਰੀ ਤਰ੍ਹਾਂ ਪੰਜਾਬ ਸਰਕਾਰ ਫੋਕਸ ਨਹੀਂ ਰਹੀ। ਪੰਜਾਬ ਸਰਕਾਰ ਤਾਂ ਤਨਖਾਹਾਂ ਦੇਣ ਤੇ ਫੋਕਸ ਨਹੀਂ ਹੈਗੀ, ਇੰਡਸਟਰੀ ਤੇ ਨਵੀਂ ਕਿੱਥੋਂ ਲਿਆਉਣੀ ਆ। ਇਸ ਕਰਕੇ ਮੈਨੂੰ ਲੱਗਦਾ ਹੈ ਵੀ ਮਿਸ ਗਵਰਨੈਂਸ ਕਰਕੇ ਇਹ ਸਾਰਾ ਸੰਕਟ ਆ ਰਿਹਾ, ਔਰ ਮਾਈਗ੍ਰੇਸ਼ਨ ਵਿੱਚ ਸਭ ਤੋਂ ਵੱਡਾ ਪਾਰਟ ਹੈ। ਅੱਛਾ ਡਾਕਟਰ ਸਾਹਿਬ, ਤੁਹਾਨੂੰ ਕੋਈ ਇੱਕ ਵੱਡਾ ਜਿਹਾ ਕਾਰਨ ਨਜ਼ਰ ਆਉਂਦਾ ਹੈ ਕਿ ਕਿਉਂ ਨਹੀਂ ਨਿਵੇਸ਼ ਪੰਜਾਬ ਦੇ ਵਿੱਚ ਵੱਡੇ ਘਰਾਣੇ ਕਰਨਾ ਚਾਹੁੰਦੇ? ਕਿ ਸਿਰਫ ਇੱਕ ਆਪਾਂ ਇਹ ਮੰਨਦੇ ਹਾਂ ਕਿ ਅਸੀਂ ਲੈਂਡਲੌਕ ਆ, ਇਸ ਕਰਕੇ ਸ਼ਾਇਦ ਨਿਵੇਸ਼ ਜ਼ਿਆਦਾ ਨਹੀਂ ਕਰ ਪਾਉਂਦੇ ਕਿਉਂਕਿ ਅਸੀਂ ਸੀ ਦੇ ਨਾਲ ਜੁੜੇ ਨਹੀਂ ਹੋਏ, ਇਸ ਕਰਕੇ ਨਹੀਂ ਹੋ ਪਾਉਂਦਾ? ਕੀ ਇਹ ਇੱਕ ਰੀਜ਼ਨ ਤੁਹਾਨੂੰ ਨਜ਼ਰ ਆਉਂਦਾ ਜਾਂ ਕੁਝ ਹੋਰ ਵੀ ਨਜ਼ਰ ਆਉਂਦਾ? ਨਹੀਂ ਸਰ, ਮੈਨੂੰ ਇਹ ਰੀਜ਼ਨ 1% ਵੀ ਨਹੀਂ ਲੱਗਦਾ। ਮੇਰੇ ਖਿਆਲ ਨਾਲ ਜੀ ਪੰਜਾਬ ਦੀ ਇੰਡਸਟਰੀਅਲ ਪਾਲਿਸੀ ਨੂੰ ਕਦੀ ਵੀ ਤਵੱਜੋ ਹੀ ਨਹੀਂ ਦਿੱਤਾ ਗਿਆ। ਇਹ ਮਤਲਬ ਮੰਨ ਲਿਆ ਕਿ ਅਸੀਂ ਐਗਰੀਕਲਚਰ ਬਾਉਲ ਆਫ ਦੀ ਕੰਟਰੀ ਆ, ਬਟ ਫੈਕਟ ਆਫ ਦਾ ਮੈਟਰ ਇਜ਼ ਕਿ ਪ੍ਰੋਗਰੈਸਿਵ ਹੋਣ ਲਈ ਸਾਨੂੰ ਇੰਡਸਟਰੀ ਪਾਣੀ ਪੈਣ ਗਿਆ। ਕਿੰਨੀ ਹਿਡਨ ਐਮਪਲੋਇਮੈਂਟ ਹੈ ਜੀ। ਇੱਕ ਕਿਸਾਨ ਸੀ, ਉਹਦੇ ਕੋਲ 10 ਕਿੱਲਾ ਜਾਂ 10 ਏਕੜ ਜ਼ਮੀਨ ਸੀ, ਉਹਦੇ ਬੱਚੇ ਵੀ ਲੱਗ ਗਏ। ਹੁਣ ਉਹ ਤੀਜੇ ਬੱਚੇ ਦਾ ਕੋਈ ਕੰਮ ਹੀ ਨਹੀਂ, ਜਾਂ ਤਾਂ ਨਸ਼ਾ ਕਰੇਗਾ ਜਾਂ ਤਾਂ ਸਟੇਟ ਤੋਂ ਬਾਹਰ ਨਿਕਲੇਗਾ। ਉਹ ਵੀ ਕੀ ਕਰੇਗਾ ਜੇ ਤੁਸੀਂ ਇੰਪਲੋਇਮੈਂਟ ਹੀ ਨਹੀਂ ਦੇ ਰਹੇ ਉਹਨੂੰ? ਲੈਂਡ ਰੇਟਸ ਪੰਜਾਬ ਦੇ ਇੰਨੇ ਵੱਧ ਚੁੱਕੇ ਆ। ਹੁਣ ਅਸੀਂ ਕਦੇ ਤੱਕ ਇਹੀ ਦਲੀਲ ਦਿੰਦੇ ਰਵਾਂਗੇ ਕਿ ਜੇ ਪੰਜਾਬ ਦਾ ਲੈਂਡ ਫਰਟਾਈਲ ਹੈ, ਠੀਕ ਹੈ, ਫਰਟਾਈਲ ਹੈ, ਠੀਕ ਹੈ, ਲੇਕਿਨ ਕਿੰਨੇ ਸਾਰੇ ਏਰੀਆ ਜਿਹਨੂੰ ਡਿਵੈਲਪ ਕੀਤਾ ਜਾ ਸਕਦਾ ਹੈ। ਅੱਜ ਮੋਹਾਲੀ ਦਾ ਤੁਸੀਂ ਐਗਜ਼ਾਮਪਲ ਲੈ ਲਓ, ਇਹ ਆਈਟੀ ਹਬ ਆਫ ਦਿਸ ਰੀਜਨ ਬਣ ਗਿਆ ਜੀ, ਚੰਡੀਗੜ੍ਹ ਤੋਂ ਅੱਗੇ ਨਿਕਲ ਗਿਆ ਜੀ ਮੋਹਾਲੀ। ਉਹ ਜੇ ਆਈਟੀ ਜਿਵੇਂ ਐਡਵਾਂਸ ਚੀਜ਼ ਜੇ ਮੋਹਾਲੀ 'ਚ ਲਿਆ ਕੇ STPI ਜਿਹੜੀ ਸਰਕਾਰ ਸੈਂਟਰਲ ਗਵਰਨਮੈਂਟ ਦੀ ਆਰਗੇਨਾਈਜੇਸ਼ਨ ਸੌਫਟਵੇਅਰ ਟੈਕਨੋਲੋਜੀ ਪਾਰਕਸ ਆਫ ਇੰਡੀਆ, ਉਹਦੇ ਥਰੂ ਇਹਨੂੰ ਕੀਤਾ ਜਾ ਸਕਦਾ। ਤੇ ਸਾਡੇ ਕੋਲ ਤਾਂ ਫੂਡ ਪ੍ਰੋਸੈਸਿੰਗ ਇੰਨੀ ਵੱਡਾ, ਜਿਹੜਾ ਅਗਰਵਾਲ ਸਾਹਿਬ ਵੀ ਕਹਿ ਰਹੇ ਸੀ, ਆਈ ਟੋਟਲੀ ਐਗਰੀ ਵਿਦ ਹਿਮ ਕਿ ਫੂਡ ਪ੍ਰੋਸੈਸਿੰਗ ਦਾ ਇੰਨਾ ਸਕੋਪ ਹੈ। ਇੱਥੇ ਅਨਾਜ ਸਾਡਾ ਖਰਾਬ ਹੋ ਜਾਂਦਾ, ਪ੍ਰਾਈਵੇਟ ਸੈਕਟਰ ਨੂੰ ਆਉਣ ਨਹੀਂ ਦਿੱਤਾ ਜਾਂਦਾ। ਜੇ ਪ੍ਰਾਈਵੇਟ ਸੈਕਟਰ ਮੈਂ ਇੱਕ ਗੱਲ ਪੁੱਛ ਰਿਹਾ, ਮਿਨੀਮਮ ਸਪੋਰਟ ਪ੍ਰਾਈਸ ਜਾਂ ਕੁਝ ਵੀ ਲਏਗੀ, ਮੈਂ ਤਾਂ ਮੰਨ ਹੀ ਨਹੀਂ ਸਕਦਾ ਕਿ ਉਹ ਉਹਨੂੰ ਡਿਸਟਰੋਏ ਕਰੇਗੀ। ਉਹ ਤਾਂ ਉਹਨੂੰ ਚਾਹੇ ਐਟ ਪਾਰ ਵੇਚੇਗੀ, ਪ੍ਰੋਫਿਟ ਵੇਚੇਗੀ, ਲੇਕਿਨ ਮਾਲ ਨੂੰ ਖਰਾਬ ਨਹੀਂ ਹੋਣ ਦੇਗੀ। ਪ੍ਰਾਈਵੇਟ ਸੈਕਟਰ ਨੂੰ ਜਦ ਅਸੀਂ ਗੱਲ ਕਰਦੇ ਹਾਂ ਕਿ ਅਨਾਜ ਦੀ ਪ੍ਰੋਕਿਉਰਮੈਂਟ 'ਚ ਆ ਜਾਓ, ਤੇ ਪੋਲੀਟੀਕਲ ਪਾਰਟੀਆਂ ਅਪੋਜ਼ ਕਰਦੀਆਂ, ਪਰ ਗਰਾਊਂਡ ਰਿਐਲਿਟੀ ਤੇ ਸਰਕਾਰ ਦੇ ਬਸ ਦਾ ਹੈ ਹੀ ਨਹੀਂ। FCI ਸੈਂਟਰਲ ਗਵਰਨਮੈਂਟ ਦੀ ਬਾਡੀ ਹੈ ਜੀ। ਤੁਸੀਂ ਉਹਨਾਂ ਦੇ ਗੋਡਾਊਨਸ ਦਾ ਹਾਲ ਦੇਖ ਲਓ। ਚਲੋ ਜਿਹੜਾ ਓਪਨ ਹੈ ਉਹ ਤਾਂ ਡਿਸਟਰੋਏ ਹੋ ਹੀ ਰਿਹਾ, ਉਹਦੇ ਅੰਦਰ ਹੀ ਇੰਨੇ ਚੂਹੇ ਮਿਲ ਜਾਂਦੇ ਆ। ਕਈ ਵਾਰੀ ਬੋਰੀ ਕੱਢ ਰਹੇ ਹੁੰਦੇ, ਉਹਦੇ ਉੱਤੇ ਫੂਲ ਨਿਕਲਿਆ ਹੁੰਦਾ ਹੈ। ਤੇ ਉਹ ਮਤਲਬ ਨਾ ਬਾਹਰ ਪ੍ਰੋਟੈਕਸ਼ਨ ਨਾ ਅੰਦਰ ਪ੍ਰੋਟੈਕਸ਼ਨ। ਔਰ ਜਿਹੜਾ ਇਹ ਤੁਸੀਂ ਇਨੋਵੇਸ਼ਨ ਇੰਡੈਕਸ ਦੀ ਗੱਲ ਕਰ ਰਹੇ ਹੋ, ਬੇਸਿਕਲੀ ਇਹ ਅੱਛਾ ਸਟੈਪ ਕੱਢਿਆ ਇਹਨਾਂ ਨੇ। ਜਿਵੇਂ ਨੀਤੀ ਆਯੋਗ ਨੇ ਕੰਪੀਟੀਟਿਵ ਇੰਡੈਕਸ ਵੀ ਕੱਢਿਆ ਸੀਗਾ, ਗਲੋਬਲ ਇਨੋਵੇਸ਼ਨ ਇੰਡੈਕਸ ਹੈਗਾ, ਉਹ ਗਲੋਬਲ ਹੈਗਾ, ਉਹਨੂੰ ਨੀਤੀ ਆਯੋਗ ਨੇ ਇੰਡੀਆ ਦੀ ਤਰਫੋਂ ਕਰਨ ਦੇ ਕੀਤਾ ਹੈ। ਕਰਨਾਟਕਾ, ਤਮਿਲਨਾਡੂ, ਮਹਾਰਾਸ਼ਟਰ ਜਿਹੜੀਆਂ ਲੀਡਿੰਗ ਸਟੇਟਸ ਹੈ, ਤੇ ਦਿੱਲੀ UT ਦੇ ਵਿੱਚ ਜਿਵੇਂ ਤੁਸੀਂ ਆਖ ਰਹੇ ਸੀ ਪਹਿਲਾਂ ਆਇਆ ਹੈਗਾ। ਤੇ ਇਹਦੇ ਵਿੱਚ ਇਹਦਾ ਮਤਲਬ ਸਰਕਾਰ ਦਾ ਬਹੁਤ ਰੋਲ ਹੈ। ਹੁਣ ਕੇਜਰੀਵਾਲ ਦੀ ਸਰਕਾਰ ਹੈ ਜੀ ਦਿੱਲੀ ਦੇ ਵਿੱਚ, ਤੇ ਇਹਦਾ ਮਤਲਬ ਸੈਂਟਰਲ ਗਵਰਨਮੈਂਟ ਉਹਨੂੰ ਕਿੰਨੀ ਸਪੋਰਟ ਕਰਦੀ ਤੁਸੀਂ ਦੇਖਦੇ ਹੀ ਹੋ। ਪਰ ਉਹ ਫਿਰ ਵੀ ਉਹ ਕਰ ਰਿਹਾ ਨਾ ਜੀ। ਕਰਨਾਟਕਾ ਕਿੰਨੇ ਟਾਈਮ ਨਾਨ BJP ਗਵਰਨਮੈਂਟ ਰਹੀ ਹੈ, ਤਾਂ ਵੀ ਉਹ ਗਏ। ਤੇ ਉਹ ਇਹਦਾ ਮਤਲਬ ਇਹ ਥੋੜੀ ਕਿ ਯਡੂਰੱਪਾ ਜੀ ਨੇ 3 ਮਹੀਨੇ ਦੇ ਵਿੱਚ ਕੇਂਦਰ ਸਰਕਾਰ ਸਾਡੀ ਮਦਦ ਨਹੀਂ ਕਰ ਰਹੀ। ਬਿਲਕੁਲ ਇਹ ਕੋਈ ਬਹਾਨਾ ਨਹੀਂ ਐਡ ਕਰਦਾ। ਜੋ ਸੈਂਟਰ ਦਾ ਜਿੱਥੇ ਤੱਕ ਕੋਆਪਰੇਸ਼ਨ ਦੀ ਗੱਲ, ਫੂਡ ਪ੍ਰੋਸੈਸਿੰਗ ਇੰਡਸਟਰੀ ਵੀ ਲੋਟ ਹੋਈ ਆ, ਉਹ ਵੀ ਪਲਾਂਟ ਲੱਗ ਰਿਹਾ। ਔਰ ਏਮਸ ਵਰਗੇ ਪ੍ਰੋਜੈਕਟ ਆਏ ਜਿਹਨੂੰ ਸਟੇਟ ਨੇ ਅੱਗੇ ਵਧਾਇਆ ਹੀ ਨਹੀਂ ਆ। ਸੈਂਟਰ ਤੇ ਪੈਸਾ ਦੇਣ ਲਈ ਵੀ ਤਿਆਰ ਹੈ। ਇਸ ਕਰਕੇ ਕਿਤੇ ਨਾ ਕਿਤੇ ਸਟੇਟ ਦਾ, ਸੂਬੇ ਦਾ ਜਿਹੜਾ ਰਵੱਈਆ ਉਹ ਨਾ ਪੱਖੀ ਰਿਹਾ ਹੈ। ਠੀਕ ਹੈ ਪ੍ਰੋਫੈਸਰ ਮਨਜੀਤ ਸਿੰਘ ਜੀ, ਬੜੀਆਂ ਸਾਰੀਆਂ ਚੀਜ਼ਾਂ, ਇਹ ਮੋਟੀਆਂ ਚੀਜ਼ਾਂ ਤੋਂ ਇਲਾਵਾ ਬੜੇ ਸਾਰੇ ਅਜਿਹੇ ਫੈਕਟਰ ਵੀ ਹੁੰਦੇ ਨੇ ਜਿਹੜੇ ਸੂਬੇ ਦੇ ਪ੍ਰਤੀ ਤੁਹਾਡਾ ਨਜ਼ਰੀਆ ਕਿਵੇਂ ਦਾ ਹੈਗਾ ਉਸ ਨੂੰ ਬਿਆਨ ਕਰਦੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਅਸੀਂ ਇਹ ਕਹਿੰਦੇ ਆ ਕਿ ਇੱਥੇ ਤਾਂ ਬੜੇ ਨਸ਼ੇੜੀ ਨੇ, 70% ਇੱਥੇ ਲੋਕ ਨਸ਼ੇੜੀ ਨੇ, ਇੱਥੇ ਤੁਹਾਨੂੰ ਇੰਪਲੋਇਮੈਂਟ ਨਹੀਂ ਮਿਲਣੀ। ਇੱਥੇ ਅਸੀਂ ਗੁੰਡਾ ਟੈਕਸ ਲੈਂਦੇ ਆ, ਰੇਤਾ ਬਜਰੀ ਇੱਥੋਂ ਲੈਂਦੇ ਜੀ, ਉਹ ਸਾਡੇ ਵੱਸ ਦੀ ਗੱਲ ਨਹੀਂ। ਇੱਥੇ ਬਿਜਲੀ ਬਹੁਤ ਮਹਿੰਗੀ ਹੈਗੀ ਹੈ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਕਦੇ ਹੋ ਹੀ ਨਹੀਂ ਸਕਦਾ ਕਿ ਵੱਡੇ ਵੱਡੇ ਇੰਡਸਟਰੀ ਤੱਕ ਇਹ ਗੱਲਾਂ ਪਹੁੰਚਦੀਆਂ ਨੇ। ਹੁਣ ਸੋਸ਼ਲ ਮੀਡੀਆ ਤੇ ਜਨਤਕ ਹੁੰਦੀਆਂ ਰਹਿੰਦੀਆਂ ਨੇ ਇਹ ਚੀਜ਼ਾਂ ਵੀ ਸੂਬੇ ਦਾ ਨਾਮ ਖਰਾਬ ਕਰਦੀਆਂ ਨੇ ਜਾਂ ਰਿਸਕ ਫੈਕਟਰ ਨੂੰ ਵਧਾਉਂਦੀਆਂ ਨੇ। ਕੌਣ ਇਨਵੈਸਟ ਕਰੇਗਾ? ਪਤਾ ਨਹੀਂ ਕੀ ਗੱਲ ਆ, ਇਹ ਵਿੱਚ ਕੋਈ ਸੈਂਟਰ ਦੀ ਸਾਜ਼ਿਸ਼ ਆ ਜਾਂ ਸਾਡੀ ਆਪਣੀ ਹੀ ਨਰੋਲ ਬੇਧਿਆਨੀ ਆ ਆਪਣੀਆਂ ਪੰਜਾਬ ਦੀ ਸਰਕਾਰਾਂ ਦੀ। ਪਰ ਇਹ ਕਿੱਡੀ ਦੁੱਖ ਦੀ ਗੱਲ ਆ ਕਿ ਐਡੇ ਮਿਹਨਤੀ, ਐਡੇ ਇਮਾਨਦਾਰ, ਐਡੇ ਫਿਜ਼ੀਕਲੀ ਸਟਰੋਂਗ ਲੋਕ ਜਿਹੜੇ ਸੀਗੇ ਔਰ ਧੜੱਲੇ ਨਾਲ ਹਰ ਕੰਮ ਨੂੰ ਕਰਨ ਵਾਲੇ, ਉਹਨਾਂ ਨੂੰ ਇੰਨੇ ਮਤਲਬ ਨਿਹੱਥੇ ਕਰ ਦਿੱਤਾ, ਇੰਨੇ ਲਾਚਾਰ ਤੇ ਵਿਚਾਰੇ ਕਰ ਦਿੱਤਾ, ਦਰ ਭਟਕਣ ਵਾਲੇ ਕਰ ਦਿੱਤਾ। ਜਾ ਕੇ ਅਮਰੀਕਾ 'ਚ ਤੇ ਕੈਨੇਡਾ ਦੇ ਵਿੱਚ ਜਾ ਕੇ ਜਗ੍ਹਾ ਲੱਭਦੇ ਫਿਰਦੇ ਆ। ਇਹ ਕੌਣ ਜ਼ਿੰਮੇਵਾਰ ਹੈ? ਸਾਰਾ ਸਮੁੱਚਾ ਸਾਨੂੰ ਇੱਕ ਜਦੋਂ ਲੋੜ ਸੀ ਉਦੋਂ ਵਰਤ ਲਿਆ, ਪੰਜਾਬ ਨੂੰ ਸਾਰਿਆਂ ਨੇ ਵਰਤਿਆ, ਦਿੱਲੀ ਵਾਲਿਆਂ ਨੇ ਵੀ ਵਰਤਿਆ, ਯੂਨੀਅਨ ਗਵਰਨਮੈਂਟ ਨੇ ਵੀ ਵਰਤਿਆ ਕਿ ਸਾਨੂੰ ਗ੍ਰੀਨ ਰੈਵੋਲੂਸ਼ਨ ਕਰ ਦਿਓ। ਅੱਜ ਜਦੋਂ ਗ੍ਰੀਨ ਰੈਵੋਲੂਸ਼ਨ ਦੇ ਸਾਰੇ ਮੁਸੀਬਤਾਂ ਸਾਡੇ ਸਿਰ ਤੇ ਪਈਆਂ, ਪੰਜਾਬ ਦੇ ਕੋਈ ਨਹੀਂ ਮੋਢਾ ਦੇਣ ਲਈ ਤਿਆਰ ਹੈਗਾ। ਜਾ ਕੇ ਤੁਸੀਂ ਪ੍ਰਾਈਵੇਟ ਹਸਪਤਾਲਾਂ ਤੇ ਜਾ ਕੇ ਕੈਂਸਰ ਦਾ ਕਰੋ ਇਲਾਜ, ਜਾ ਕੇ ਰਾਜਸਥਾਨ ਤੋਂ ਬੀਕਾਨੇਰ ਤੋਂ ਕਰਾਓ ਇਲਾਜ। ਸਾਡਾ ਸਾਰਾ ਕੁਝ ਤਬਾਹ ਹੋ ਗਿਆ। ਪਰ ਹੁਣ ਉਹ ਸਾਰੇ ਆਪਣਾ ਕਹਿੰਦੇ ਕਿ ਹੁਣ ਪੰਜਾਬ, ਇਸ ਕਰਕੇ ਅੱਜ ਵੀ
ਕੁਝ ਨਹੀਂ ਵਿਗੜਿਆ ਜੇ ਸਰਕਾਰਾਂ ਇਮਾਨਦਾਰੀ ਨਾਲ ਪੰਜਾਬੀਆਂ ਨੂੰ ਤੇ ਪੰਜਾਬ ਨੂੰ ਇਸ ਗੱਲ ਲਈ ਇਹ ਫੈਸਲਾ ਕਰ ਲੈਣ ਕਿ ਅਸੀਂ ਇਸ ਨੂੰ ਸਵਾਰਨਾ। ਸਭ ਤੋਂ ਪਹਿਲਾਂ ਇੱਥੇ ਦੀ ਐਜੂਕੇਸ਼ਨ ਸਿਸਟਮ ਨੂੰ ਸੁਧਾਰਨ। ਤਬਾਹ ਕਰਤਾ ਬਿਲਕੁਲ। ਇਹ ਜਾਣਦੇ ਆ ਇੰਡਸਟਰੀ ਵਾਲੇ, ਅਗਰਵਾਲ ਜੀ ਵੀ ਬੈਠੇ ਆ, ਇੰਦੋਕ ਜੀ ਵੀ ਚੰਗੇ ਤਰੀਕੇ ਨਾਲ ਜਾਣਦੇ ਆ ਕਿ ਸਾਡੀ ਜੋ ਪੜ੍ਹਾਈ ਦੀ ਤਬਾਹੀ ਹੋਈ ਹੈ, ਭਾਵੇਂ ਉਹ ਪ੍ਰਾਈਵੇਟ ਇੰਸਟੀਟਿਊਸ਼ਨ ਹੈ, ਪਬਲਿਕ ਸੈਕਟਰ ਨੂੰ ਤੇ ਸਤਿਆਨਾਸ਼ ਕਰੇ ਹੀ ਦਿੱਤਾ। ਇਸ ਕਰਕੇ ਉੱਥੇ ਉਹ ਇੰਪਲਾਈਬਿਲਟੀ ਨਹੀਂ ਹੈਗੀ। ਤੁਸੀਂ ਨਹੀਂ ਜੇ ਇੱਥੇ ਨਰਸਾਂ ਆਉਂਦੀਆਂ ਦੂਰ ਦੂਰ ਦੀਆਂ, ਕੇਰਲਾ ਦੀਆਂ ਨਰਸਾਂ ਆਉਂਦੀਆਂ, ਹੋਰ ਦੀਆਂ ਆਉਂਦੀਆਂ, ਇੱਥੇ ਪੀਜੀਆਈ ਚ ਆਉਂਦੀਆਂ। ਬਿਲਕੁਲ। ਆਪਾਂ ਇਹੋ ਜਿਹਾ ਕਿਉਂ ਨਹੀਂ ਕੁਝ ਕਰ ਸਕੇ ਬਈ? ਆਪਣੀ ਸਪੈਸ਼ਲਾਈਜੇਸ਼ਨ ਕਿਸੇ ਏਰੀਏ ਅਸੀਂ ਹੋਰ ਨਹੀਂ ਤੇ ਸਾਰੇ ਇੱਥੋਂ ਦੇ ਐਗਰੀਕਲਚਰਿਸਟਾਂ ਨੂੰ ਐਕਸਪੋਰਟ ਕਰ ਦਿੰਦੇ। ਸਾਰੀ ਗੱਲ ਸਾਡੇ ਕੋਲ ਸਕਿੱਲ ਸੀ ਐਗਰੀਕਲਚਰ ਦਾ, ਇੰਨਾ ਵਧੀਆ ਸਕਿੱਲ ਸੀ, ਬੰਦੇ ਸਾਰੇ ਉਹ ਵੀ ਨਹੀਂ ਕਰ ਸਕੇ। ਜਿੱਥੇ ਕਿ ਉਹਨਾਂ ਨੇ ਆਪਣਾ ਕੀਤਾ, ਉਹ ਕੀਤਾ ਹੈ ਯੂਪੀ ਦੇ ਵਿੱਚ ਕੀਤਾ, ਹੋਰ ਗੰਗਾਨਗਰ ਗਏ, ਜਿੰਨਾ ਕੁ ਆਪਣੀ। ਇਸ ਕਰਕੇ ਸਰਕਾਰ ਦੀ ਮੈਨ ਪਾਵਰ ਪਲੈਨਿੰਗ ਪ੍ਰਾਇੋਰਟੀ ਕੁਛ ਨਹੀਂ ਸਵਾਏ ਆਪਣੇ ਘਰਾਂ ਤੋਂ ਭਰਦੇ ਰਾਜਨੀਤਿਕ ਲੋਕਾਂ ਨੇ, ਸਵਾਏ ਲੁੱਟ ਮਚਾਉਣ ਤੋਂ। ਰੇਤਾ ਬੱਜਰੀ ਤੱਕ ਜਿਹੜਾ ਰੱਬੋਂ ਆਇਆ ਉਹ ਨਹੀਂ ਜਿਹੜਾ ਛੱਡਦੇ। ਤੁਸੀਂ ਬਾਕੀ ਦੀਆਂ ਤੇ ਗੱਲਾਂ ਦੱਸੋ। ਹੁਣ ਨਸ਼ਾ ਠੀਕ ਆ, ਬਾਹਰੋਂ ਆਇਆ, ਪਾਕਿਸਤਾਨ ਨੂੰ ਆਇਆ, ਅਫਗਾਨਿਸਤਾਨ ਤੋਂ ਆਇਆ, ਪਰ ਆਪਾਂ ਕਿੰਨਾ ਕੁ ਰੋਕਣ ਦੀ ਕੋਸ਼ਿਸ਼ ਕੀਤੀ? ਆਪਾਂ ਆਪਣੇ ਯੂਥ ਨੂੰ ਬਚਾਉਣ ਦੀ ਕਿੰਨੀ ਕੁ ਕੋਸ਼ਿਸ਼ ਕੀਤੀ? ਜੇ ਤੁਸੀਂ ਇਹਨਾਂ ਨੂੰ ਮਾਈਕਰੋ ਲੈਵਲ ਤੇ ਕੱਲ ਨੂੰ ਜਦੋਂ ਇਤਿਹਾਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਲੱਭੀਆਂ ਜਾਣਗੀਆਂ, ਲੁਕਦੀਆਂ ਤੇ ਹੈ ਨਹੀਂ, ਪਤਾ ਹੈ ਕਿਵੇਂ ਨਸ਼ਾ ਸਾਰਾ ਚੱਲ ਰਿਹਾ, ਪਰ ਕੌਣ ਸੰਜੀਦਾ ਢੰਗ ਨਾਲ ਰੋਕਣ ਦੀ ਕੋਸ਼ਿਸ਼ ਕਰ ਰਿਹਾ? ਕੁਝ ਨਹੀਂ ਹੋ ਰਿਹਾ। ਹਾਂਜੀ ਅਗਰਵਾਲ ਸਾਹਿਬ, ਤੁਸੀਂ ਐਡ ਆਨ ਕਰਨਾ ਚਾਹੁੰਦੇ? ਹਾਂ, ਮੈਂ ਕੁਝ ਐਡ ਆਨ ਇਹ ਕਰਨਾ ਚਾਹੁੰਦਾ ਵੀ ਗੱਲ ਅਸੀਂ ਇੰਡਸਟਰੀ ਦੀ ਕਰ ਰਹੇ ਹਾਂ ਜੀ। ਤੇ ਇੰਡਸਟਰੀ ਦੀ ਗੱਲ ਦੇ ਵਿੱਚ ਜਿੰਨੀ ਦੇਰ ਕੋਈ ਵੱਡਾ ਕਾਰਖਾਨਾ, ਕੋਈ ਵੱਡੀ ਸਨਅਤ ਪੰਜਾਬ ਦੇ ਵਿੱਚ ਨਹੀਂ ਆਊਗੀ। ਅੱਜ ਜੇ ਗੁੜਗਾਉਂ ਨੂੰ ਦੇਖੋ, ਇਹਦੀ ਜਦੋਂ ਇੰਡਸਟਰੀਅਲ ਗਰੋਥ ਹੋਈ ਆ, ਇਹ ਮਰੂਤੀ ਤੋਂ ਸ਼ੁਰੂ ਹੋਈ ਸੀ। ਅੱਜ ਮਰੂਤੀ ਵਰਗੇ ਕਈ ਅਦਾਰੇ ਉੱਥੇ ਖੜੇ ਨੇ। ਤੇ ਪਿਛਲੇ 15 ਸਾਲਾਂ ਦੇ ਵਿੱਚ ਲਾਸਟ ਜਿਹੜਾ ਵੱਡਾ ਸਨਅਤ ਇੱਥੇ ਆਇਆ ਸੀ, ਉਹ ਆਇਆ ਸੀ ਆਪਣਾ ਰੇਲ ਕੋਚ ਫੈਕਟਰੀ ਕਪੂਰਥਲੇ ਦੀ। ਉਸ ਤੋਂ ਬਾਅਦ ਕੋਈ ਆਇਆ ਨਹੀਂ। ਕਪੂਰਥਲੇ ਦੀ ਗਰੋਥ ਇੰਡਸਟਰੀਅਲ ਪੁਆਇੰਟ ਆਫ ਵਿਊ ਦੇ ਨਾਲ ਕਾਫੀ ਹੋ ਗਈ। ਤੇ ਕਿਸੇ ਵੀ ਸਰਕਾਰ ਨੇ ਇਸ ਚੀਜ਼ ਵੱਲ ਧਿਆਨ ਹੀ ਨਹੀਂ ਕੀਤਾ। ਆਪਾਂ ਕਹੀ ਜਾਂਦੇ ਆ ਕਿ ਵੀ ਨਸ਼ੇੜੀ ਹੋ ਗਏ ਜਾਂ ਕੁਝ ਹੋ ਗਿਆ। ਜਿੰਨੀ ਦੇਰ ਕੋਈ ਵੱਡੀ ਸਨਅਤ ਇੱਥੇ ਨਹੀਂ ਆਏਗੀ, ਔਰ ਵੱਡੀ ਸਨਅਤ ਲਿਆਉਣ ਲਈ ਜਿਹੜੀ ਰਾਜਨੀਤਿਕ ਇੱਛਾ, ਫਿਰ ਰਾਜਨੀਤਿਕ ਸਮਝ ਲਓ ਵੀ ਕਿਸਮ ਦੀ ਮੈਨੂਪੂਲੇਸ਼ਨ ਜਾਂ ਰਿਕੁਐਸਟ ਜਾਂ ਜਿਸ ਤਰ੍ਹਾਂ ਵੀ ਤਾਲਮੇਲ ਸਰਕਾਰ ਨਾਲ ਕਰਨਾ ਕਰ ਲਓ। ਹੁਣ ਅੱਜ ਖੁੱਲ ਰਹੀ ਆ ਕਿ ਵੀ ਨੇਸ਼ਨ ਦੇ ਵਿੱਚ ਇਹ ਆ ਰਿਹਾ ਕਿ ਡਿਫੈਂਸ ਪ੍ਰੋਡਕਸ਼ਨ ਕਰਨੀ ਆ। ਲੈ ਆਓ ਪੰਜਾਬ 'ਚ ਡਿਫੈਂਸ ਪ੍ਰੋਡਕਸ਼ਨ। ਜੇ ਤੁਸੀਂ ਐਗਰੀਕਲਚਰ ਪ੍ਰੋਸੈਸਿੰਗ ਨਹੀਂ ਕਰਨੀ ਜਾਂ ਆਪਣੀ ਤੁਸੀਂ ਨੀਤੀ ਇਹੋ ਜਿਹੀ ਬਣਾ ਦਿਓ ਕਿ ਇੱਥੋਂ ਦੀ ਐਗਰੀਕਲਚਰ ਪ੍ਰੋਡਿਊਸ ਅਸੀਂ ਦੂਸਰੇ ਮੁਲਕ, ਦੂਸਰੇ ਸਟੇਟ ਦੇ ਵਿੱਚ ਅਨਪ੍ਰੋਸੈਸਡ ਭੇਜਣੀ। ਝੋਨਾ ਤਾਂ ਨਹੀਂ ਕਿਸੇ ਨੇ ਖਾ ਲੈਣਾ, ਕਣਕ ਤਾਂ ਨਹੀਂ ਕਿਸੇ ਨੇ ਚੱਬ ਲੈਣੀ, ਮੱਕੀ ਤੇ ਨਹੀਂ ਕਿਸੇ ਨੇ ਚੱਬ ਲੈਣੀ, ਬਣਾਣਾ ਤਾਂ ਉਹਦਾ ਆਟਾ ਰੋਟੀ ਪੈਣਾ, ਦਾਲ ਉਹਨੂੰ ਰਿੰਨਣੀ ਪੈਣੀ ਆ। ਕੁਝ ਵੀ ਕਰੋ। ਛੋਟੀ ਜਿਹੀ ਚੀਜ਼ ਐਡ ਕਰਨਾ ਚਾਹੁੰਦਾ, ਇੰਡੀਆ ਦੀ ਹਿਸਟਰੀ ਦੇ ਵਿੱਚ 4 ਰੀਜਨਸ ਹੈਗੇ ਨੇ ਜਿਨ੍ਹਾਂ ਨੂੰ ਬਿਜ਼ਨਸ ਕਮਿਊਨਿਟੀ ਲਈ ਬੜਾ ਮਾਣ ਦਿੱਤਾ ਗਿਆ ਹੈ। ਗੁਜਰਾਤੀ, ਮਾਰਵਾੜੀ, ਪਾਰਸੀ ਤੇ ਪੰਜਾਬੀ। ਅੱਜ ਪੰਜਾਬੀ ਮੰਨਿਆ ਜਾਂਦਾ ਸੀ ਬੰਬੇ ਰੀਜਨ, ਦਿੱਲੀ ਰੀਜਨ ਕੀ ਬਿਜ਼ਨਸ ਦੇ ਬਹੁਤ ਸਟਰੋਂਗ ਹੁੰਦੇ ਆ। ਪਾਰਸੀ ਟਾਟਾਸ ਹੋ ਗਏ, ਗੋਦਰੇਜ ਹੋ ਗਏ, ਤੁਸੀਂ ਦੇਖ ਸਕਦੇ ਹੋ, ਵਾਡੀਆਜ਼ ਹੋ ਗਏ। ਗੁਜਰਾਤੀ ਪਹਿਲਾਂ ਇੰਨਾ ਸਟਰੋਂਗ ਬਿਜ਼ਨਸਮੈਨ ਨਹੀਂ ਸੀ ਮੰਨਿਆ ਜਾਂਦਾ, ਪਰ ਇੰਡੀਪੈਂਡੈਂਸ ਦੇ ਬਾਅਦ ਇਹਦੇ ਬੀਜੇਪੀ ਕਾਂਗਰਸ ਦਾ ਕੋਈ ਰੋਲ ਨਹੀਂ ਹੈ। ਮਾਰਵਾੜੀ ਹਮੇਸ਼ਾ ਤੋਂ ਮੰਨਿਆ ਜਾਂਦਾ ਸੀ। ਪੰਜਾਬੀ ਕੌਮ ਤਾਂ ਬਹੁਤ ਪਿੱਛੇ ਰਹਿ ਗਈ ਹੈ ਜੀ। ਅੱਜ ਦੀ ਡੇਟ 'ਚ ਮੁੰਜਾਲਸ, ਭਾਰਤੀ ਗਰੁੱਪ ਇਹ ਗੁੜਗਾਉਂ 'ਚ ਕਰਕੇ ਖੁਸ਼ ਨੇ, ਪਰ ਉਹੀ ਗਰੁੱਪ ਪੰਜਾਬ 'ਚ ਆ ਕੇ ਸਟਾਰਟ ਕਰਨ, ਜਦਕਿ ਲੁਧਿਆਣਾ ਨੂੰ ਇੰਡੀਆ ਦਾ ਬਿਜ਼ਨਸ ਇੱਕ ਕਿਸਮ ਨਾਲ ਮੁੰਬਈ ਨੂੰ ਹਟਾ ਦਿਓ ਤੁਸੀਂ, ਮਤਲਬ ਇੰਨੀ ਇੰਡਸਟਰੀਅਲ ਹਬ ਕਿਹਾ ਜਾਂਦਾ ਹੈ, ਜਲੰਧਰ ਚ ਇੰਨਾ ਹੈ, ਪਰ ਉਹਨੂੰ ਫਿਲਿਪ ਹੀ ਨਹੀਂ ਮਿਲ ਰਿਹਾ। ਇਹਦਾ ਮਤਲਬ ਸਾਡੀ ਪਾਲਿਸੀ ਸਰਕਾਰ ਜਿਹੜੀ ਵੀ ਹੋਵੇ ਇੰਡਸਟਰੀ ਦੇ ਉੱਤੇ ਕਦੀ ਮੰਨਿਆ ਕਿ ਪਹਿਲਾਂ ਸਾਡੇ ਕੋਲ ਇਨਸਰਜੈਂਸੀ ਔਰ ਉਹ ਸਾਰੀਆਂ ਪ੍ਰੋਬਲਮ ਸੀਗੀਆਂ, ਸਾਡਾ ਲੈਂਡ ਫਰਟਾਈਲ ਸੀਗਾ, ਪਰ ਅੱਜ ਦੀ ਡੇਟ 'ਚ ਤੁਸੀਂ ਦੇਖੋ ਤਾਲਮੇਲ ਇਹ ਥੋੜੀ ਅਸੀਂ ਕਹਿ ਦਾਂਗੇ ਸਟੇਟ ਤੇ ਸੈਂਟਰ ਦਾ ਨਹੀਂ ਹੈ। ਜੇ ਸੈਂਟਰ ਬਹੁਤ ਅੱਛਾ ਕਰੇਗੀ ਪੰਜਾਬ ਤੇ ਉਹਨਾਂ ਨੂੰ ਵੋਟ ਮਿਲ ਜਾਣਗੇ ਪੰਜਾਬ ਤੋਂ, ਤੇ ਇਹ ਕਦੋਂ ਤੱਕ ਕਹਿ ਦੇ ਰਹੇਗੀ ਸੈਂਟਰ? ਤਰਲੋਚਨ ਜੀ ਇੱਕ ਗੱਲ, ਭਾਵੇਂ ਉਹ ਪਿਛਲੀ ਸਰਕਾਰ ਦੀ ਹੋਵੇ ਜਾਂ ਹੁਣ ਦੀ ਹੋਵੇ, ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਬੜੇ ਵੱਡੇ ਦਾਅਵੇ ਹੁਣੇ ਕੈਪਟਨ ਸਾਹਿਬ ਨੇ ਵੀ ਕੀਤੇ ਸੀ ਕਿ ਬੜੇ ਹੀ ਵੱਡੀ ਇੰਡਸਟਰੀਆਂ ਦੇ ਨਾਲ MOU ਸਾਡੇ ਸਾਈਨ ਹੋ ਗਏ, ਨਿਵੇਸ਼ ਆਣਾ ਸ਼ੁਰੂ ਹੋ ਗਿਆ, ਬੜੇ ਨਿਵੇਸ਼ਕ ਆਣੇ ਸ਼ੁਰੂ ਹੋ ਗਏ ਨੇ। ਜਾਂ ਤਾਂ ਫਿਰ ਉਹ ਹਿਸਾਬ ਕਿਤਾਬ ਗਲਤ ਸੀਗਾ ਜਾਂ ਇਹ ਜਿਹੜੀ ਰਿਪੋਰਟ ਹੈ ਇਹ ਗਲਤ ਹੈ। ਫਿਰ ਇਹ ਦੋਵਾਂ ਦੇ ਵਿੱਚ ਇੰਨਾ ਜ਼ਮੀਨ ਅਸਮਾਨ ਦਾ ਫਰਕ ਕਿਉਂ ਹੈ? ਨਿਵੇਸ਼ਕ ਇੱਥੇ ਆਣਾ ਨਹੀਂ ਚਾਹੁੰਦਾ। ਇਹ ਰਿਪੋਰਟ ਕਹਿੰਦੀ ਹੈ ਕਿ ਅਸੀਂ 12ਵੇਂ 11ਵੇਂ ਨੰਬਰ ਤੇ ਆ ਔਰ ਸਾਡੇ ਗੁਆਂਢੀ ਸੂਬੇ ਹਰਿਆਣਾ ਤੇ ਬਾਕੀ ਸੂਬੇ ਅੱਗੇ ਨੇ, ਔਰ ਬਾਕੀ ਸਾਡੇ ਸਿਆਸਤਦਾਨ ਕਹਿੰਦੇ ਨੇ ਕਿ ਅਸੀਂ ਤਾਂ ਐਡਾ ਨਿਵੇਸ਼ ਲੈ ਆਏ ਆ, ਲੋਕ ਤੁਹਾਡੇ ਤੋਂ ਸਾਂਭਿਆ ਨਹੀਂ ਜਾਣਾ। ਪਰ ਜੀ ਪਹਿਲੀ ਗੱਲ ਤੇ ਇਹਦੇ ਲਈ ਸੈਂਟਰ ਗਵਰਨਮੈਂਟ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਪਿਛਲੇ ਸਮੇਂ ਗੁਆਂਢੀ ਰਾਜ ਹਿਮਾਚਲ ਨੂੰ ਪੈਕੇਜ ਦਿੱਤੇ, ਸਬਸਿਡੀਆਂ ਵਿਸ਼ੇਸ਼ ਦਿੱਤੀਆਂ, ਤੇ ਥੋੜਾ ਅੱਤਵਾਦ ਦਾ ਵੀ ਰੌਲਾ ਸੀ, ਆਪਣੇ ਉਦਯੋਗਪਤੀ ਉਧਰ ਪ੍ਰਵਾਸ ਕਰਕੇ ਬੜਾ ਰੌਲਾ ਵੀ ਬੜਾ ਪਿਆ ਸੀ ਉਸ ਨੂੰ। ਦੂਸਰੀ ਗੱਲ ਇਹ ਹੈ ਵੀ
ਜੇ ਜਿਵੇਂ ਚੰਦੋਕ ਸਾਹਿਬ ਨੇ ਕਿਹਾ, ਜੇ ਇੱਕ ਪੰਜਾਬੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾ ਕੇ ਬਹੁਤ ਵੱਡਾ ਬਣ ਸਕਦਾ ਬਿਜ਼ਨਸਮੈਨ, ਆਪਣੀ ਧਰਤੀ ਤੇ ਆਪਣੇ ਘਰ ਕਿਉਂ ਨਹੀਂ ਬਣ ਸਕਦਾ? ਇੱਕ ਤੇ ਇਹ ਗੱਲ ਹੈ। ਦੂਸਰੀ ਗੱਲ ਇਹ ਹੈ ਵੀ ਬਾਹਰ ਦੇ ਜਿਹੜੇ ਨਿਵੇਸ਼ਕ ਨੇ ਉਹ ਪੰਜਾਬ ਆਉਣਾ ਕਿਉਂ ਨਹੀਂ ਚਾਹੁੰਦੇ ਨੇ? ਬੜਾ ਸਪਸ਼ਟ ਹੈ ਵੀ ਪੰਜਾਬ ਸਰਕਾਰ ਆਪਣਾ ਅਕਸ਼, ਆਪਣਾ ਇਮੇਜ ਉਹਨਾਂ ਅੱਗੇ ਸਹੀ ਨਹੀਂ ਰੱਖ ਸਕੀ, ਔਰ ਇੱਕ ਪ੍ਰਭਾਵ ਇਹ ਦਿੱਤਾ ਜਾ ਰਿਹਾ ਵੀ ਜੇ ਪੰਜਾਬ 'ਚ ਗਏ ਤੇ ਸਾਨੂੰ ਕਿਸੇ ਨਾ ਕਿਸੇ ਢੰਗ ਨਾਲ ਡੋਬ ਦਿੱਤਾ ਜਾਊਗਾ। ਪਹਿਲੀ ਗੱਲ ਤੇ ਕਰਪਸ਼ਨ, ਕੋਈ ਆਊਗਾ ਨਿਵੇਸ਼ਕ ਤੇ ਉਹਨੂੰ ਪੁੱਛਿਆ ਜਾਊਗਾ, ਹਿੱਸਾ ਪੱਤੀ ਪੁੱਛੀ ਜਾਊਗੀ। ਉਸ ਤੋਂ ਬਾਅਦ ਲਾ ਐਂਡ ਆਰਡਰ ਦੀ ਬੜੀ ਸਥਿਤੀ ਹੈ। ਜਿਹਨੇ ਕਰੋੜਾਂ ਰੁਪਏ ਲਾਉਣੇ ਉਹ ਪਹਿਲਾਂ ਦੇਖਦਾ ਵੀ ਉੱਥੇ ਜਾ ਕੇ ਮੈਂ ਸੇਫ ਹਾਂ, ਮੈਂ ਜਾਨੀ ਤੌਰ ਤੇ, ਮਾਲੀ ਤੌਰ ਤੇ ਮੇਰੀ ਸੁਰੱਖਿਆ ਹੈ। ਸੋ ਇਦਾਂ ਦੀਆਂ ਗਰੰਟੀਆਂ ਜਿਹੜੀਆਂ ਉਹ ਨਾ ਦੇਣੀਆਂ, ਔਰ ਫਿਰ ਇਹ ਕਹਿਣਾ, ਤੁਸੀਂ ਬਿਲਕੁਲ ਗੱਲ ਠੀਕ, ਆਉਂਦਿਆਂ ਹੀ ਕੈਪਟਨ ਸਾਹਿਬ ਮੁੰਬਈ ਜਾ ਰਹੇ ਨੇ ਜੀ, ਫਲਾਣੀ ਥਾਂ ਜਾ ਰਹੇ ਨੇ, ਆ ਹੁਣ ਪਿੱਛੇ ਜੇ ਮਨਪ੍ਰੀਤ ਬਾਦਲ ਜੀ ਵੀ ਜਾ ਕੇ ਆਏ ਆ ਵੀ ਨਿਵੇਸ਼ ਕਰਵਾ ਰਹੇ ਆ, ਔਰ ਜਿਹੜੇ ਆਪਣੇ ਉਦਯੋਗ ਮੰਤਰੀ ਨੇ ਉਹਨਾਂ ਨੇ ਬੜੇ ਵੱਡੇ ਬਿਆਨ ਦਿੱਤੇ ਵੀ ਚਿਮਨੀਆਂ 'ਚ ਧੂਏ ਨਿਕਲਣ ਲੱਗ ਪਏ ਜੀ, ਹੁਣ ਤੇ ਖੁਸ਼ਹਾਲੀ ਆ ਗਈ ਜੀ, ਉਹ ਆ ਗਈ, ਪਰ ਕੱਖ ਨਹੀਂ ਹੋਇਆ। ਗੱਲ ਫਿਰ ਉੱਥੇ ਹੀ ਹੈ ਹਰਪ੍ਰੀਤ ਜੀ। ਦੇਖੋ, ਇੰਡਸਟਰੀ ਮਰ ਗਈ ਸਾਡੀ, ਖੇਤੀ ਸਾਡੀ ਮਰ ਗਈ, ਜਿਹੜਾ ਅੰਨਦਾਤਾ ਉਹ ਖੁਦਕਸ਼ੀਆਂ ਕਰ ਰਿਹਾ, ਉਦਯੋਗ ਜਿਹੜਾ ਤੁਹਾਡੇ ਸਾਹਮਣੇ ਬੈਠਾ, ਕੀ ਹਾਲ ਤੱਕ ਕਿਵੇਂ ਗਰੋ ਕਰਾਂਗੇ? ਔਰ ਜਿਹੜੀ ਕਰੀਮ ਹੈ ਸਾਡੀ, ਉਹ ਕਰਜ਼ੇ ਚੱਕ ਕੇ ਘਰ ਵੇਚ ਕੇ ਕੈਨੇਡਾ ਅਮਰੀਕਾ ਜਾ ਰਹੀ ਹੈ। ਔਰ ਇਹਦਾ ਮੇਨ ਕਾਰਨ ਹੀ ਇਹੀ ਹੈ। ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਰੁਜ਼ਗਾਰ ਲਈ ਪੰਜਾਬ ਸਰਕਾਰ ਕਿੰਨੀ ਸੁਹਿਰਦ ਹੈ। BBMB 'ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਸਾਡੀਆਂ ਡੈਪੂਟੇਸ਼ਨ ਦੀਆਂ ਪੋਸਟਾਂ ਪਈਆਂ ਆ, ਸੈਂਕੜੇ ਪੋਸਟਾਂ ਖਾਲੀ ਪਈਆਂ, UT ਪ੍ਰਸ਼ਾਸਨ 'ਚ ਪਈਆਂ। ਕੀ ਕਰਨਾ ਹੈ ਉਹਦੇ ਲਈ? ਕੈਪਟਨ ਸਾਹਿਬ ਨੇ ਜਾਂ ਪੰਜਾਬ ਸਰਕਾਰ ਨੇ ਕੰਸਰਨਡ ਜਿਹੜਾ ਮੰਤਰੀ ਉਹਦੀ ਡਿਊਟੀ ਲਾਈ ਜਾਵੇ ਵੀ ਇੰਨੇ ਦੇਰ 'ਚ ਪੋਸਟਾਂ 'ਚ ਤੁਹਾਡੇ ਕੋਲ ਨਹੀਂ ਬੰਦੇ ਹੈਗੇ, ਭਰਤੀ ਕਰਕੇ ਤੇ ਉੱਥੇ ਭੇਜੋ। ਪਿਛਲੇ 10 ਸਾਲਾਂ ਤੋਂ ਬੰਦੇ ਹੀ ਨਹੀਂ ਭੇਜੇ, ਮਤਲਬ 1000 ਬੰਦੇ ਨੂੰ ਉੱਥੇ ਰੁਜ਼ਗਾਰ ਮਿਲ ਸਕਦਾ। ਸੋ ਕੋਈ ਸੁਹਿਰਦ ਨਹੀਂ ਗੇ, ਸਿਰਫ ਇੱਕੋ ਹੀ ਹੈ ਵੀ ਅੰਕੜੇ ਦੇ ਦਿੰਦੇ ਨੇ ਮਹੀਨੇ ਬਾਅਦ ਵੀ ਆਹ ਨਿਵੇਸ਼ਕ ਇੰਨੇ ਆ ਰਹੇ ਨੇ, ਇੰਨੇ ਕਰੋੜ ਦੇ ਸਾਡੇ ਕੋਲ ਐਗਰੀਮੈਂਟ ਆ ਗਏ ਨੇ, ਪਰ ਉਸ ਤੋਂ ਬਾਅਦ ਇਹੀ ਪਤਾ ਲੱਗਦਾ ਹੈ ਵੀ ਜਿਹੜਾ ਕੁਛ ਇਹਨਾਂ ਨੇ ਕੀਤਾ ਉਲਟਾ ਸਰਕਾਰੀ ਖਜ਼ਾਨੇ ਤੇ ਬੋਝ ਬਣੇ ਨੇ। ਅੰਕੜੇ ਤਿਆਰ ਕਰਨ ਲਈ ਪੱਲੇ ਕੱਖ ਨਹੀਂ। ਸਰ ਨਾਲੇ ਇਹ ਵੀ ਕਿਹਾ ਜਾਂਦਾ ਕਿ 7 ਲੱਖ ਨੌਕਰੀਆਂ ਦੇ ਦਿੱਤੀਆਂ ਨੇ, ਏਡੇ ਕੈਂਪ ਲਗਾਏ ਨੇ, ਰੋਜ਼ਗਾਰ ਬਹੁਤ ਵੱਡਾ ਫਰਾਡ। ਇੱਕ ਫੈਕਟ ਦੱਸਦਾ ਸਰ, ਬੜਾ ਅੱਛਾ ਪੁਆਇੰਟ ਤਰਲੋਚਨ ਜੀ ਨੇ ਆਖਿਆ ਹੈ ਕਿ ਜਿਹੜਾ ਪੰਜਾਬੀ ਵੈਂਦੇ ਗੋਟ ਮਤਲਬ ਬਾਹਰ ਜਾਂਦੇ ਨੇ, ਕੈਨੇਡਾ, ਅਮਰੀਕਾ, ਇੰਨਾ ਅੱਛਾ ਕਿਉਂ ਕਰਦੇ, ਆਸਟ੍ਰੇਲੀਆ। ਸਰ ਇੱਕ ਇੰਟਰਸਟਿੰਗ ਫੈਕਟ ਹੈ, ਵਰਲਡ ਦੇ ਵਿੱਚ ਮੈਕਸਿਮਮ ਰੈਮਿਟੈਂਸ ਇੰਡੀਆ ਦੇ ਵਿੱਚ ਆਂਦੀ ਹੈ, ਪਰ ਸਰ ਉਹ ਆਂਦੀ ਹੈ ਗਲਫ ਤੋਂ ਕੇਰਲਾ ਦੇ ਵਿੱਚ। ਕਿਉਂ ਪੰਜਾਬੀ ਸਾਡੇ ਇੰਡੀਆ ਦੇ ਵਿੱਚ ਪੈਸਾ ਭੇਜ ਕੇ ਰਾਜ਼ੀ ਨਹੀਂ? ਉਹ ਉਹਨਾਂ ਭੇਜਦਾ ਕਿ ਉਹਦੀ ਫੈਮਿਲੀ ਚੱਲ ਜਾਵੇ ਜਾਂ ਉਹਦਾ ਬ੍ਰਦਰ ਆ ਜਾਵੇ। ਉਹ ਕਿਉਂ ਨਹੀਂ? ਇੰਡੀਆ ਦਾ ਲਾਰਜੈਸਟ ਰੈਮਿਟੈਂਸ ਚਾਈਨਾ ਤੋਂ ਜ਼ਿਆਦਾ ਇੰਡੀਆ ਰੈਮਿਟੈਂਸ ਕਰਦਾ ਜੀ। ਇਹ ਬਹੁਤ ਵੱਡਾ ਫੈਕਟਰ ਹੈ। ਆਬਵੀਅਸਲੀ ਰਿਚ ਕੰਟਰੀਜ਼ ਤੋਂ ਪੈਸਾ ਆ ਰਿਹਾ ਹੈ, ਪਰ ਉਹ ਪੈਸਾ ਮੈਕਸਨ ਪੰਜਾਬ 'ਚ ਤਾਂ ਆ ਹੀ ਨਹੀਂ ਰਿਹਾ ਜੀ। ਉਹ ਭਰੋਸੇਯੋਗਤਾ ਨਹੀਂ ਹੈਗੀ ਹੈ, ਜਿਸ ਕਰਕੇ ਪੈਸਾ ਆ ਨਹੀਂ ਰਿਹਾ। ਇਹਦਾ ਇਨਫਰੈਂਸ ਕੱਢ ਸਕਦੇ ਹੋ ਕਿ ਇਹਦਾ ਇਹੀ ਮਤਲਬ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਸੋ ਮੁੱਕਦੀ ਗੱਲ ਇਹ ਹੈ ਕਿ ਜਦੋਂ ਤੁਹਾਡੇ ਅੱਗੇ ਰੋਟੀ ਹੋਵੇ ਤੇ ਤੁਸੀਂ 100 ਨਖਰੇ ਕਰਦੇ ਹੋ ਜਾਂ ਤੁਹਾਨੂੰ ਰੋਟੀ ਸਵਾਦ ਨਹੀਂ ਲੱਗਦੀ, ਤੁਸੀਂ ਥਾਲੀ ਪਿੱਛਾ ਕਰ ਲੈਂਦੇ ਹੋ, ਤਾਂ ਇਹ ਅੰਕੜੇ ਜ਼ਰੂਰ ਯਾਦ ਰੱਖਿਓ ਕਿ 30% ਲੋਕ ਭੁੱਖੇ ਸੌਂਦੇ ਨੇ, 30% ਨੂੰ ਉਹ ਵੀ ਨਹੀਂ ਮਿਲਦਾ ਜੋ ਤੁਹਾਡੀ ਥਾਲੀ ਦੇ ਵਿੱਚ ਪਿਆ। ਤਾਂ ਸ਼ਾਇਦ ਤੁਹਾਨੂੰ ਅਨਾਜ ਦੀ ਕਦਰ ਆ ਜਾਏਗੀ ਤੇ ਨਾਲ ਹੀ ਇਹ ਅਰਦਾਸ ਵੀ ਨਿਕਲੇਗੀ ਕਿ ਸਰਕਾਰਾਂ ਨੂੰ ਵੀ ਸਮੱਤ ਆਵੇ ਤੇ ਹਰ ਘਰ ਦੇ ਵਿੱਚ ਰੋਟੀ ਜਾਵੇ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।